9 ਦਾ ਪਹਾੜਾ ਜਿਵੇਂ ਤੁਸੀਂ ਕਿਹਾ ਕਿ 9 8 7 6 5 4 3 2 1 ਇਹ ਲਿਖ ਲੈਂਦਾ ਬੱਚਾ। ਫਿਰ ਇੱਧਰ ਲਿਖ ਲੈਂਦਾ 0 1 2 3 4 5 6 7 8 9 ਇਹ 9 ਦਾ ਪਹਾੜਾ ਬਣ ਜਾਂਦਾ। ਪਰ ਇਹ ਸਾਰਿਆਂ ਨੂੰ ਆਉਂਦਾ। ਲੇਕਿਨ ਗੱਲ ਇਹ ਹੈ ਕਿ ਜੇ ਅਸੀਂ ਇਸ ਨੂੰ 99 ਦਾ ਬਣਾਉਣਾ ਚਾਹੁੰਦੇ ਹਾਂ ਤਾਂ ਕੀ ਕਰੀਏ? 9 ਦਾ ਤਾਂ ਤੁਸੀਂ ਬਣਾ ਲਿਆ, ਸਿੱਖ ਵੀ ਲਿਆ, ਪਰ 99 ਦਾ ਕਿਵੇਂ ਬਣਾਈਏ? ਆਜੋ ਫਿਰ 99 9 ਦੇ ਪਹਾੜੇ 'ਚ ਹੈ ਕੀ? ਇਹਦਾ ਮਤਲਬ ਪਿੱਛੇ ਇਹੀ ਅੱਖਰ ਆਣੇ ਆ, ਲਿਖ ਦੋ। ਹੁਣ 99 ਹੈ ਤਾਂ 99 ਦਾ ਨਾਇਆ ਹੀ ਆਣਾ। ਇਹ ਨਾਇਆ ਆ ਗਿਆ। ਹੁਣ ਇਹ ਕੀ ਹੈ? ਇਹ 99 ਹੈ, ਆਹ ਬਣ ਗਿਆ, ਆਹ ਬਣ ਗਿਆ, ਆਹ ਬਣ ਗਿਆ। ਲਓ ਜੀ 99 ਦਾ ਪਹਾੜਾ ਤਿਆਰ ਹੋ ਗਿਆ। ਕਰ ਲੋ 99 ਏਕਮ 99 ਤੋਂ ਨਾ 100 ਪੁਰਾਣੇ ਮੈਥਡ 'ਚ ਆ ਜਾਓ। ਜੇ ਨਹੀਂ ਸਮਝ ਆਇਆ ਤਾਂ 99 ਤੋਂ 297 99 ਚੋਗਾ 394। ਮਤਲਬ ਇਹ ਇਸ ਤਰ੍ਹਾਂ ਦੇ ਨਾਲ ਪੜ੍ਹਾਈ ਕਰਾਈ ਜਾਊਗੀ ਨਾ। ਅੱਛਾ ਸਰ, ਹੋ ਵਾਹ ਜੀ, ਕੋਈ ਦੇਖ ਰਿਹਾ ਸੀ, ਮੈਂ ਕਿਹਾ ਬਸ ਨਿਬੜ ਵੀ ਗਿਆ ਇੰਨੀ ਛੇਤੀ। ਲੈ ਨਿਬੜਨ ਦੀ ਗੱਲ ਕਹਿੰਦੇ ਹੋ? ਮੈਥਮੈਟਿਕਸ ਤੇ ਪੜ੍ਹਾਈ ਦਾ ਨਿਬੜਨਾ ਕੀ ਹੁੰਦਾ? ਆ ਲਓ ਚੱਕੋ, ਹੁਣ ਇੱਧਰ ਲਾ ਦਿਓ ਇੱਕ ਦੂਏ। ਆਹ ਕੀ ਬਣ ਗਿਆ ਜੀ? ਉਹ 991 ਦਾ ਪਹਾੜਾ, 991 ਦਾ ਪਹਾੜਾ ਤਿਆਰ ਹੋ ਗਿਆ। ਵਾਹ ਜੀ ਵਾਹ, ਲੋ ਬਣਾਈ ਚੱਲੋ। ਲੈ ਬੱਚਾ ਮੈਂ ਕਹਿੰਦਾ ਕਲਾਸ 'ਚ ਉੱਠ ਕੇ ਦਿਖਾਵੇ ਕਿ ਆਹ ਇੱਕ ਮੇਰੇ ਕੋਲ ਵਰਗ ਹੈ। ਹੁਣ ਇਸ ਵਰਗ ਦੇ ਵਿੱਚ 1 ਤੋਂ ਲੈ ਕੇ 99 ਤੱਕ ਤੁਸੀਂ ਕੋਈ ਵੀ ਨੰਬਰ ਬੋਲ ਸਕਦੇ ਹੋ। 22 ਲੋ ਜੀ, ਇਹਨਾਂ ਨੇ ਬੋਲਿਆ 22। ਤਾਂ ਹੁਣ ਮੈਂ ਤੁਹਾਨੂੰ ਇੱਥੇ ਇੱਕ ਮੈਥਮੈਟਿਕਸ ਦਾ ਤਜਰਬਾ ਕਰਕੇ ਦਿਖਾਣਾ ਕਿ ਮੈਂ ਕੁਝ ਅੰਕ ਲਿਖ ਰਿਹਾ। ਇਹਨਾਂ ਅੰਕਾਂ ਦੇ ਲਿਖਣ ਦੇ ਨਾਲ ਮੈਂ ਤੁਹਾਨੂੰ ਦਿਖਾਊਂਗਾ ਕਿ ਇਹ ਸਾਰੇ ਪਾਸੇ 22 ਕਰ ਦੂੰਗਾ ਮੈਂ। ਤੁਸੀਂ ਦੇਖਦੇ ਚੱਲੋ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ 22 ਕਿਵੇਂ ਹੋ ਗਿਆ। ਚਲੋ ਜੀ ਜੋੜੋ। 12 7 19, 19 ਤੇ 1 20, 20 ਤੇ 2 22, 8 ਤੇ 1 9 ਤੋਂ 11 ਤੇ 11 22, 5 10 ਤੇ 15 3 18 4, 9 6 15 3 18 4, 7 2 9 4 13 9, 6 3 9 10 ਤੇ 12, 10 3 13 ਤੇ 8 21 ਤੇ 1, 5 4 9 ਤੇ 11 20 ਤੇ 2। ਇੱਥੇ ਹੀ ਬਸ ਨਹੀਂ, 10 4 14 15 7, 9 3 12 8 20 ਤੇ 2। ਮੈਂ ਕਹਿੰਦਾ 22 ਜੀ ਕਰਾਤਾ ਕਿ ਨਹੀਂ? ਆ ਲੈ ਚੱਕ ਬਾਈ। ਡਾਇਗਨਲੀ ਜੋੜਨਾ, ਵਰਗਾਂ 'ਚ ਜੋੜਨਾ, ਆ ਰੀਜ਼ਨਿੰਗ ਦੇ ਕੁਐਸਚਨ ਤੁਹਾਡੇ ਆਪਣੇ ਆਪ ਹੀ ਪ੍ਰੈਕਟਿਸ 'ਚ ਆ ਜਾਣੇ। ਇਦਾਂ ਦੇ ਕਈ ਮੈਥਡ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਥਡ ਇਹ ਵੀ। ਮੈਂ ਹੁਣ ਪੁੱਛਾਂ ਇਹ ਪੋਸੀਬਲ ਕਿਵੇਂ ਹੋਇਆ? ਹੁਣ ਜੇ ਮੰਨ ਲਓ ਮੈਂ 44 ਬੋਲ ਦਿੰਦਾ, ਨਹੀਂ ਹੁਣ ਉਹੀ ਤਾਂ ਗੱਲ ਹੈ ਮੇਰੇ ਦਿਮਾਗ, ਕਿਉਂਕਿ ਅਕਸਰ ਕਈ ਵਾਰ ਕੀ ਹੁੰਦਾ ਨੀਚੇ ਕਮੈਂਟ ਕਰਨ ਲੱਗ ਜਾਂਦੇ ਨੇ ਕਿ ਨਹੀਂ ਪਹਿਲਾਂ ਹੀ ਦੱਸਿਆ ਹੋ ਜਾਂ ਪਹਿਲਾਂ ਹੀ ਉਧਰ ਨੂੰ ਕੀਤਾ ਹੋ। ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ। ਮੈਂ ਤਾਂ ਆਪ ਹੈਰਾਨ ਹੋ ਰਿਹਾ ਉਹਨੇ ਦੇਖ ਕੇ। ਭਾਈ ਤੁਸੀਂ ਨਹੀਂ 44 ਵੀ ਨਹੀਂ ਭਾਈ, ਮੈਂ ਦੱਸਦਾ ਜਿਹੜਾ ਤੁਸੀਂ ਲਿਖੋ, ਤੁਸੀਂ ਦੇਖੋ ਤੁਸੀਂ 87 ਹੀ। ਦੇਖੋ ਵਿਦਿਆਰਥੀ ਕੀ ਕਰਦੇ ਆ ਵੀ ਅਧਿਆਪਕ ਕਿਤੇ ਫਸ ਤਾਂ ਜਾਵੇ, ਪੂਰੀ ਪਛਾਣ ਦੀ ਕੋਸ਼ਿਸ਼ ਕਰਦੇ ਆ ਅਧਿਆਪਕ ਨੂੰ। ਉਹ ਕੋਈ ਗੱਲ ਨਹੀਂ, ਅਧਿਆਪਕ ਵੀ ਤਿਆਰ ਹੁੰਦਾ ਵੀ ਮਜ਼ਾ ਆ ਰਿਹਾ ਵੀ ਚੱਲ ਤੂੰ ਲਿਖ ਬੋਲ ਸਹੀ, ਕਿਉਂਕਿ ਉਹਦੇ 'ਚ ਕੌਨਫੀਡੈਂਸ ਲੈਵਲ ਹੈ। ਅਧਿਆਪਕ ਨੂੰ ਪਤਾ ਵੀ ਮੈਂ ਕਰ ਲੈਣਾ, ਠੀਕ ਹੈ। ਤਾਂ ਹੁਣ ਆਹ ਦੇਖੋ, ਇਸ ਨੂੰ ਅਸੀਂ ਕਰਨ ਦੇ ਲਈ ਅਸੀਂ ਕਿਸ ਤਰ੍ਹਾਂ ਦੇ ਨਾਲ ਕਰ ਰਹੇ ਹਾਂ ਤੁਹਾਨੂੰ ਦੱਸੂਗਾ। ਇਹ ਨਹੀਂ ਹੈ ਅਧਿਆਪਕ ਇੱਕ ਇਹੋ ਜਿਹੀ ਮਤਲਬ ਸ਼ਖਸੀਅਤ ਹੈ ਜਿਹੜਾ ਨਾਲ ਨਹੀਂ ਕੁਝ ਲੈ ਕੇ ਜਾਂਦਾ, ਜਾਦੂਗਰ ਨਹੀਂ ਹੈ, ਨਾ ਹੀ ਇਹ ਕੋਈ ਜਾਦੂ ਹੈ। ਉਹ ਦੱਸ ਕੇ ਜਾਂਦਾ ਵੀ ਮੈਂ ਕਿਵੇਂ ਕਰ ਰਿਹਾ, ਠੀਕ ਹੈ ਨਾ। ਤਾਂ ਆਹ ਤੁਸੀਂ ਦੇਖੋ, ਹੁਣ ਆਹ ਜਿਹੜਾ 87 ਹੈ ਨਾ ਜੀ। ਤਾਂ ਹੁਣ ਇਸ ਨੂੰ ਅਸੀਂ ਤੁਹਾਡੇ ਸਾਹਮਣੇ ਅਸੀਂ ਲਿਖਤਾ ਹੋਇਆ, ਪਰ ਤੁਹਾਨੂੰ ਨਹੀਂ ਪਤਾ ਲੱਗਿਆ ਮੈਂ ਕੀ ਕਰਤਾ। ਇਸ ਤੋਂ ਬਾਅਦ ਦੱਸੂਗਾ, ਚਿੰਤਾ ਨਾ ਕਰੋ, ਪਹਿਲਾਂ ਚੈੱਕ ਕਰ ਲਈਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਹਰ ਚੀਜ਼ ਨੂੰ ਚੈੱਕ ਕਰਨਾ ਜ਼ਰੂਰੀ ਹੈ। ਜਦੋਂ ਸਵਾਲ ਕੱਢਣ ਤੋਂ ਬਾਅਦ ਪਿਛਲੇ ਆਨਸਰ ਮਿਲਾਓ, ਖੁਸ਼ੀ ਕਿਹੜੀ ਚੜ੍ਹ ਜਾਂਦੀ ਹੈ ਨਾ। ਹਾਂ 12 ਤੇ 7 19 ਤੇ 1 20, 20 ਤੇ 67। ਇੱਥੇ ਵਿਚਕਾਰ ਜਿੰਨੇ ਸਾਲ ਦਾ ਤੂੰ ਹੈਗਾ ਉਹ ਲਿਖ ਲੈ, ਇਹਨੂੰ 39 ਨਾਲ ਗੁਣਾ ਕਰ ਲੈ। ਲਓ ਜੀ, ਹੁਣ ਮੈਂ ਤੁਹਾਨੂੰ ਹੀ ਪੁੱਛਦਾ ਖੰਨਾ ਸਾਹਿਬ ਵੀ ਤੁਸੀਂ ਆਪਣੀ ਉਮਰ ਇੱਥੇ ਲਿਖਵਾ ਦਿਓ ਮੈਨੂੰ। 27। ਤਾਂ ਲਓ ਜੀ ਤੁਹਾਡਾ ਜਵਾਬ ਆ ਗਿਆ। ਤੁਸੀਂ ਇਹਨੂੰ ਗੁਣਾ ਕਰ ਲਓ ਕੈਲਕੂਲੇਟਰ ਤੇ, ਤੁਹਾਡਾ ਜਵਾਬ ਦਿਖਾ ਦਿਓ। ਪੜ੍ਹਾਈ ਦੇ ਵਿੱਚ ਜਦੋਂ ਆਪਾਂ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਪੁੱਛਦੇ ਆ ਨਾ ਕਿ ਹਾਂ ਵੀ ਤੈਨੂੰ ਕਿਹੜਾ ਸਬਜੈਕਟ ਪਸੰਦ ਹੈ, ਕਿਹੜਾ ਸਬਜੈਕਟ ਤੈਨੂੰ ਵਧੀਆ ਲੱਗਦਾ ਹੈ,
ਉਹ ਕਿਸੇ ਸਬਜੈਕਟ ਦਾ ਨਾ ਨਾਮ ਲਊਗਾ ਕਿ ਮੈਨੂੰ ਆਹ ਸਬਜੈਕਟ ਵਧੀਆ ਲੱਗਦਾ ਹੈ। ਜਦੋਂ ਉਹਨੂੰ ਇਹ ਪੁੱਛੀਦਾ ਨਾ ਕਿ ਭਾਈ ਤੈਨੂੰ ਕਿਹੜਾ ਸਬਜੈਕਟ ਔਖਾ ਲੱਗਦਾ, ਤਾਂ ਬਹੁਤ ਜ਼ਿਆਦਾ ਦੀ ਗਿਣਤੀ ਹੁੰਦੀ ਹੈ ਕਿ ਭਾਈ ਮੇਰਾ ਮੈਥ ਆ ਨਾ, ਜਦੋਂ ਮੈਥ ਵਾਲਾ ਟੀਚਰ ਵੜਦਾ ਹੀ ਮੈਨੂੰ ਤਾਂ ਨੀਂਦ ਆਉਣ ਲੱਗ ਜਾਂਦੀ ਹੈ। ਉਹ ਪੜ੍ਹਦਾ ਹੀ ਨਹੀਂ, ਉਹ ਕਹੀ ਜਾਂਦਾ, ਉਹ ਬਸ ਬਲੈਕ ਬੋਰਡ ਕਰਨੀ ਦੇਖੀ ਜਾਂਦਾ ਹੁੰਦਾ। ਉਹ ਇੱਕ ਮੈਂ ਨਾ ਜਦੋਂ ਕਲਾਸ 'ਚ ਵਿੱਚ ਬੈਠਾ ਹੁੰਦਾ ਸੀ ਤਾਂ ਮੇਰੀ ਟੀਚਰ ਮੈਨੂੰ ਬੜੀ ਕਹਿੰਦੀ ਹੁੰਦੀ ਸੀ, ਉਹ ਐਬਸੈਂਟ ਮਾਈਂਡ ਨਾਲ ਬੈਠਾ ਤੂੰ। ਕਿਉਂਕਿ ਮੈਥ ਦੇ ਵਿੱਚ ਅਕਸਰ ਸਟੂਡੈਂਟ, ਵਿਦਿਆਰਥੀ, ਬੱਚੇ ਉਸ ਨੂੰ ਇੰਨਾ ਵੱਡਾ ਹਊਆ ਬਣਾ ਕੇ ਬੈਠ ਜਾਂਦੇ ਨੇ ਕਿ ਯਾਰ ਮੈਥ ਹੋ ਹੀ ਨਹੀਂ ਸਕਦਾ। ਸਾਈਨ ਥੀਟਾ, ਕਾਸ ਥੀਟਾ, ਪਲੱਸ ਮਾਈਨਸ, ਡਿਵਾਈਡ, ਹੋਰ ਪਤਾ ਨਹੀਂ ਕੀ ਕੁਝ ਆ। ਉਹ ਕਹਿੰਦੇ ਸਾਤੋਂ ਨਹੀਂ ਹੁੰਦਾ, ਸਾਡੇ ਪੱਲੇ ਨਹੀਂ ਪੈਂਦਾ। ਪਰ ਮੈਥ ਕਹਿੰਦੇ ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਉਹ ਇੰਨਾ ਸੌਖਾ ਆ ਕਿ ਵੱਡਿਆਂ ਨੂੰ ਜਿਵੇਂ ਹੁੰਦਾ ਨਾ ਕਿ ਚੁਟਕੀ ਮਾਰੀ ਤਾਂ ਪਾਸ ਹੋ ਗਈ। ਕਿਉਂਕਿ ਮੈਥ ਇੱਕ ਐਸਾ ਸਬਜੈਕਟ ਆ ਜਿਹਦੇ ਵਿੱਚੋਂ ਤੁਸੀਂ ਫੁੱਲ ਨੰਬਰ ਲੈ ਸਕਦੇ ਹੋ। ਹੋਰ ਸਬਜੈਕਟਾਂ ਦੇ ਵਿੱਚੋਂ ਫਿਰ ਵੀ ਕਿਤੇ ਮਾੜਾ ਮੋਟਾ ਸਪੈਲਿੰਗ ਦੀ ਗਲਤੀ ਹੋ ਜਾਂਦੀ ਆ, ਹੋਰ ਪੈਰਾ ਛੋਟਾ ਵੱਡਾ ਹੋ ਜਾਂਦਾ, ਪਰ ਮੈਥ ਇੱਕ ਐਸਾ ਸਬਜੈਕਟ ਆ ਜਿਹਦੇ ਵਿੱਚੋਂ 100 'ਚ 100 ਆ ਜਾਂਦੇ ਨੇ। ਸਾਡੇ ਨਾਲ ਅੱਜ ਜਸਵਿੰਦਰ ਸਿੰਘ ਜੀ ਹੋਣਗੇ। ਅਕਸਰ ਤੁਸੀਂ ਇਹਨਾਂ ਦੀ ਵੀਡੀਓਜ਼ ਦੇਖਦੇ ਹੋ ਤੇ ਅਕਸਰ ਬਹੁਤ ਵਧੀਆ ਪੜ੍ਹਾਉਂਦੇ ਵੀ ਨੇ। ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ? ਠੀਕ ਠਾਕ ਹੋ ਜੀ? ਬਿਲਕੁਲ ਠੀਕ ਠਾਕ। ਉਹ ਮੈਂ ਸ਼ੁਰੂਆਤ ਦੇ ਵਿੱਚ ਕਿਹਾ, ਮੈਂ ਖੁਦ ਹੀ ਉਹ ਗੱਲ ਕਰਦਾ, ਮੈਂ ਹੋਰਾਂ ਨੂੰ ਕੀ ਕਿਹਾ, ਕਹਿੰਦਾ ਮੈਥ ਦੇ ਵਿੱਚ ਤਾਂ ਫਿਰ ਹਨੇਰਾ ਹੋ ਜਾਂਦਾ। ਕਹਿੰਦੇ ਕਲਾਸ ਦੇ ਵਿੱਚ ਜਦੋਂ ਟੀਚਰ ਵੜਦਾ ਤਾਂ ਕਿਤਾਬ ਖੋਲ੍ਹਦਾ, ਕਿਤਾਬ ਚਿੱਟੀ ਦਿਖਣ ਲੱਗ ਜਾਂਦੀ ਆ, ਕੁਛ ਐਂ ਪਤਾ ਹੀ ਨਾ ਲੱਗਦਾ ਕਿ ਕੀ ਲਿਖਿਆ ਹੋਇਆ। ਦੇਖੋ ਗੱਲ ਇਹ ਹੈ ਵੀ ਜਿਹੜਾ ਮੈਥਮੈਟਿਕਸ ਹੈ ਨਾ, ਉਹ ਦੇਲੀ ਦੀਪਕ ਦਾ ਕੰਮ ਕਰਦਾ। ਤੁਸੀਂ ਹਨੇਰੇ ਦੀ ਗੱਲ ਕੀਤੀ ਹੈ ਨਾ, ਤਾਂ ਦੇਲੀ ਦੀਪਕ ਕੀ ਹੁੰਦਾ ਵੀ ਦੇਲੀ ਦੇ ਉੱਤੇ ਰੱਖਿਆ ਹੋਇਆ ਦੀਵਾ, ਉਹਨੂੰ ਦੇਲੀ ਦੀਪਕ ਕਿਹਾ ਜਾਂਦਾ ਕਿ ਉਹ ਬਾਹਰ ਵੀ ਚਾਨਣਾ ਕਰੂਗਾ ਤੇ ਅੰਦਰ ਵੀ ਚਾਨਣਾ ਕਰੂਗਾ। ਤਾਂ ਮੈਥਮੈਟਿਕਸ ਐਸਾ ਸਬਜੈਕਟ ਹੈ ਜਿਹੜਾ ਤੁਹਾਡੇ ਬਾਹਰ ਦੀ ਜ਼ਿੰਦਗੀ ਨੂੰ ਰਚਨਾਊਗਾ, ਅੰਦਰਲੀ ਜ਼ਿੰਦਗੀ ਨੂੰ ਰਚਨਾਊਗਾ। ਤੁਸੀਂ ਕਹੋ ਜੀ ਇਹ ਕਿਸ ਤਰ੍ਹਾਂ? ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮੈਥਮੈਟੀਸ਼ੀਅਨਸ ਨੇ ਲੱਭ ਕੇ ਰੱਖੀਆਂ ਔਰ ਉਹਨਾਂ ਨੇ ਬਣਾਤੀਆਂ ਹੋਈਆਂ ਕਿ ਸਾਨੂੰ ਦੇਖ ਕੇ ਅਚੰਭੇ ਹੋਈ ਜਾਂਦੇ ਆ ਵੀ ਉਹਨਾਂ ਨੇ ਸੋਚ ਕਿਵੇਂ ਲਈਆਂ ਇਹ ਗੱਲਾਂ। ਦੇਖੋ ਨਾ, ਹੁਣ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਤੂੰ ਸਿਲੰਡਰ ਬਾਰੇ ਕੀ ਜਾਣਦਾ? ਉਹ ਕਹਿੰਦਾ ਜੀ ਕਿਹੜਾ ਗੈਸ ਦਾ ਸਿਲੰਡਰ। ਕਿਉਂਕਿ ਸਾਡੇ ਰੋਜ਼ ਦੇ ਜੀਵਨ ਦੇ ਵਿੱਚ ਜਿਹੜੀ ਚੀਜ਼ ਵਾਪਰਦੀ ਹੈ ਨਾ, ਅਸੀਂ ਉਸੇ ਨੂੰ ਮੰਨਦੇ ਹਾਂ। ਪਰ ਇਹ ਜਿਹੜਾ ਸਿਲੰਡਰ ਹੈ, ਜਿਹੜਾ ਅਸੀਂ ਵੇਲਣਾਕਾਰ ਪੰਜਾਬੀ ਦੇ ਵਿੱਚ ਕਹਿ ਕੇ ਪੜ੍ਹਾਉਂਦੇ ਹਾਂ ਉਸ ਨੂੰ, ਤਾਂ ਇਸ ਦੇ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਾਂ ਕਿ ਇਸ ਸਿਲੰਡਰ ਨੂੰ ਜਦੋਂ ਆਕਿਰਤੀ ਦੇ ਤੌਰ ਦੇ ਉੱਤੇ ਦਿਖਾਇਆ ਜਾਂਦਾ ਤਾਂ ਇਸ ਤਰ੍ਹਾਂ ਦਾ ਦਿਖਾਇਆ ਜਾਂਦਾ। ਬਿਲਕੁਲ। ਪਰ ਅਸਲ ਦੇ ਵਿੱਚ ਇਹ ਦਿਖਾ ਕੇ ਉਸ ਨੂੰ ਫਾਰਮੂਲਾ ਦੱਸ ਕੇ ਕੰਮ ਖਤਮ ਕਰ ਦਿੱਤਾ ਜਾਂਦਾ। ਚਾਹੀਦਾ ਕੀ ਸੀਗਾ ਵੀ ਭਾਈ ਸਿਲੰਡਰ ਬਣਿਆ ਕਿਵੇਂ ਹੈ? ਗੱਲ ਤਾਂ ਆਹ ਹੈ, ਜ਼ਰੂਰੀ ਤਾਂ ਆਹ ਹੈ ਚੀਜ਼ ਵੀ ਸਿਲੰਡਰ ਬਣਿਆ ਕਿਵੇਂ ਹੈ। ਕੱਲਾ ਬਲੈਕ ਬੋਰਡ ਤੇ ਬਣਾਉਣ ਨਾਲ ਹੀ ਨਾ, ਇਹਨੂੰ ਪ੍ਰੈਕਟੀਕਲੀ ਕਰਕੇ ਦਿਖਾਉਣਾ ਪਊਗਾ। ਤਾਂ ਪ੍ਰੈਕਟੀਕਲੀ ਕਰਕੇ ਦਿਖਾਉਣ ਦੇ ਲਈ ਕੀ ਹੈ ਕਿ ਇੱਕ ਅਸੀਂ ਕਾਗਜ਼ ਦਾ ਟੁਕੜਾ ਲੈਂਦੇ ਹਾਂ। ਉਸ ਕਾਗਜ਼ ਦੇ ਟੁਕੜੇ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਸਿਲੰਡਰ ਕਿਵੇਂ ਸਾਡੇ ਕੋਲ ਤਿਆਰ ਹੋ ਜਾਣਾ। ਆਹ ਦੇਖੋ, ਆਹ ਇੱਕ ਕਾਗਜ਼ ਦਾ ਟੁਕੜਾ ਲਿਆ ਤੇ ਇਸ ਨੂੰ ਅਸੀਂ ਗੋਲ ਕੀਤਾ। ਲਓ ਜੀ, ਇਹ ਸਿਲੰਡਰ ਬਣ ਗਿਆ ਹੋਇਆ। ਬਿਲਕੁਲ, ਬਸ ਇੰਨਾ ਹੀ ਕੰਮ ਹੈ ਨਾ। ਬਸ ਆਹ ਸਿਲੰਡਰ ਬਣ ਗਿਆ। ਪਰ ਬੱਚਾ ਦੇਖਦਾ ਵੀ ਇੱਥੇ ਤਾਂ ਸਰ ਨੇ ਇਸ ਤਰ੍ਹਾਂ ਬਣਾਇਆ, ਪਰ ਇੱਥੇ ਗੋਲ ਹੈ, ਇੱਥੇ ਚੱਕਰ ਹੈ। ਅਸਲ ਦੇ ਵਿੱਚ ਇਹ ਦੋਨੋਂ ਚੱਕਰ ਹੈ। ਕਈ ਵਾਰੀ ਕੀ ਹੁੰਦਾ, ਦਿਖਦਾ ਕੁਝ ਹੋਰ ਹੁੰਦਾ ਕੁਝ ਹੋਰ ਹੈ ਅਸਲ ਦੇ ਵਿੱਚ। ਜਦੋਂ ਅਸੀਂ ਇਸ ਨੂੰ ਡਰਾ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਆਊਗਾ, ਲੇਕਿਨ ਜਦੋਂ ਅਸੀਂ ਇਸ ਨੂੰ ਇਸ ਤੇ ਦਿਖਾਉਂਦੇ ਹਾਂ ਤਾਂ ਇਹ ਚੱਕਰਾਕਾਰ ਹੈ। ਕਿਉਂਕਿ ਐਂ ਲੱਗੀ ਜਾਂਦਾ ਯਾਰ ਢੱਕਣ ਲੱਗਿਆ ਹੀ ਉੱਤੇ। ਹਾਂ, ਬਿਲਕੁਲ। ਪਰ ਇਸ ਦੇ ਵਿੱਚ ਇਹ ਦੋ ਚੱਕਰ ਹੈ ਤੇ ਇਸ ਦੀ ਕੁਝ ਲੰਬਾਈ ਹੈ। ਹੁਣ ਮੈਂ ਜੇ ਤੁਹਾਨੂੰ ਖੋਲ ਕੇ ਦਿਖਾਵਾਂ ਤਾਂ ਤੁਸੀਂ ਦੇਖੋ ਇਸ ਨੂੰ ਕਿ ਇਹ ਸਿਲੰਡਰ ਹੈ ਜਿਹੜਾ ਇੱਕ ਤਰ੍ਹਾਂ ਦਾ ਨਾਲ ਆਇਤਾਕਾਰ ਹੀ ਹੈ। ਤਾਂ ਇਸ ਸਿਲੰਡਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਇਤਾਕਾਰ ਹੈ ਤਾਂ ਇਹ ਚੱਕਰ ਹੈ, ਤਾਂ ਇਸ ਚੱਕਰ ਦਾ ਕੋਈ ਅਰਧ ਵਿਆਸ ਵੀ ਹੋਊਗਾ, ਵਿਆਸ ਵੀ ਹੋਊਗਾ, ਠੀਕ ਹੈ ਨਾ। ਤੇ ਇਹ ਕੇਂਦਰ ਤੋਂ ਇੱਥੇ ਤੱਕ ਦੀ ਦੂਰੀ। ਹੁਣ ਗੱਲ ਇਹ ਹੈ ਕਿ ਇਹਦੀ ਕੋਈ ਉਚਾਈ ਵੀ ਹੋਊਗੀ। ਬਿਲਕੁਲ। ਹੁਣ ਜੇ ਉਚਾਈ ਹੋਊਗੀ ਤਾਂ ਚੱਕਰ ਦਾ ਖੇਤਰਫਲ ਕੀ ਹੁੰਦਾ ਸਾਡੇ ਕੋਲ? ਚੱਕਰ ਦਾ ਖੇਤਰਫਲ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਏਰੀਆ ਆਫ ਸਰਕਲ, ਜਿਸ ਨੂੰ ਅਸੀਂ ਲਿਖਦੇ ਹਾਂ ਪਾਈ ਆਰ ਸਕੁਅਰ। ਹਾਂਜੀ। ਤਾਂ ਹੁਣ ਇੱਕ ਚੱਕਰ ਦਾ ਜਿਹੜਾ ਖੇਤਰਫਲ ਹੈ ਉਹ ਪਾਈ ਆਰ ਸਕੁਅਰ ਹੈ। ਹੁਣ ਮੈਂ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ ਤੇ ਦੱਸੋ ਸਿਲੰਡਰ ਕਿਵੇਂ ਬਣਿਆ? ਆਹ ਦੇਖੋ, ਤੁਹਾਡੇ ਸਾਹਮਣੇ ਆ ਦਿਖਾਇਆ ਸੀ ਨਾ ਸਿਲੰਡਰ, ਤਾਂ ਬਣਿਆ ਕਿਵੇਂ ਹੈ? ਇਹ ਕਈ ਚੱਕਰਾਂ ਨੂੰ ਮਿਲਾ ਕੇ ਬਣਿਆ। ਮੰਨ ਲਓ ਜੇ ਇਹਨੂੰ ਮੈਂ ਕੱਟਾਂ, ਇੱਕ ਚੱਕਰ, ਫਿਰ ਦੋ ਚੱਕਰ, ਫਿਰ ਤਿੰਨ ਚੱਕਰ, ਫਿਰ ਚਾਰ, ਮਤਲਬ ਇਹ ਚੱਕਰ ਦੇ ਉੱਪਰ 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 ਚੱਕਰ, ਤਾਂ ਇਹ ਸਾਡੇ ਕੋਲ ਸਿਲੰਡਰ ਦੀ ਕਿਰਤੀ ਬਣ ਗਈ। ਹੁਣ ਇੱਕ ਚੱਕਰ ਦਾ ਘੇਰਾ ਕਿੰਨਾ, ਆਪਣਾ ਕੀ ਕਹਿੰਦੇ ਆ, ਖੇਤਰਫਲ ਕਿੰਨਾ ਹੈ? ਖੇਤਰਫਲ ਪਾਈ ਆਰ ਦੀ 2 ਹੈ। ਲੇਕਿਨ ਇਹ ਜੇ ਕਿੰਨੇ ਚੱਕਰ ਲਾਤੇ ਐਚ ਉਚਾਈ ਦੇ। ਹੁਣ ਜਦੋਂ ਅਸੀਂ ਖੇਤਰਫਲ ਨੂੰ ਉਚਾਈ ਦੇ ਨਾਲ ਗੁਣਾ ਕਰ ਦਿੰਨੇ ਆ ਤਾਂ ਇਹ ਬਣ ਜਾਂਦਾ ਆਇਤਨ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਵਾਲੀਅਮ ਕਹਿ ਦਿੰਦੇ ਆ। ਤਾਂ ਹੁਣ ਵਾਲੀਅਮ ਕੀ ਬਣ ਗਿਆ ਸਾਡੇ ਕੋਲ? ਖੇਤਰਫਲ ਸੀਗਾ ਪਾਈ ਆਰ ਸਕੁਅਰ, ਇਹਨੂੰ ਐਚ ਦੇ ਨਾਲ ਗੁਣਾ ਕਰਤੀ ਤੇ ਆ ਫਾਰਮੂਲਾ ਬਣ ਗਿਆ।
ਹੁਣ ਬੱਚੇ ਨੂੰ ਜੇ ਇਹ ਦੱਸਿਆ ਹੋਊਗਾ ਨਾ ਵੀ ਇਹ ਫਾਰਮੂਲਾ ਬਣਿਆ ਕਿਵੇਂ ਹੈ, ਇਹਦਾ ਆਧਾਰ ਕੀ ਹੈ, ਮੈਂ ਕਹਿੰਦਾ ਜ਼ਿੰਦਗੀ ਭਰ ਨਹੀਂ ਉਹ ਮਾਰ ਖਾਊਗਾ ਔਰ ਲੋਕਾਂ ਨੂੰ ਦੱਸਦਾ ਫਿਰੂਗਾ ਵੀ ਆ ਤੈਨੂੰ ਮੈਂ ਸਿਲੰਡਰ ਸਮਝਾਵਾਂ। ਔਰ ਇਹ ਆ ਕੇ ਅੰਦਰ ਪੇਜ ਆ ਦੇਖ ਆ ਪੇਜ ਸਿਲੰਡਰ, ਇਹਨੂੰ ਦੇ ਕੇ ਤੇ ਗੋਲ ਕੱਟੇ। ਤਾਂ ਹੁਣ ਇਸ ਤੋਂ ਬਾਅਦ ਸਵਾਲ ਆ ਜਾਂਦਾ ਹੈ ਵੀ ਜਿਹੜਾ ਕੋਨ ਹੈ ਸਾਡੇ ਕੋਲ, ਜਿਹੜਾ ਕੋਨ ਦਾ ਵੋਲਿਊਮ ਹੈ ਉਹ 1/3 ਪਾਈ ਆਰ ਸਕੁਅਰ ਐਚ ਹੁੰਦਾ ਸਾਡੇ ਕੋਲ। ਠੀਕ ਹੈ, ਹੁਣ ਆ ਤਾਂ ਉਹਨੂੰ ਪਤਾ ਲੱਗ ਗਿਆ, ਤਾਂ ਇਹਦਾ ਮਤਲਬ ਇਹ ਤੀਜਾ ਹਿੱਸਾ ਹੈ। ਜੇ ਤੀਜਾ ਹਿੱਸਾ ਹੈ ਤਾਂ ਇੱਥੋਂ ਉਹਨੂੰ ਦਿਖਾਈਦਾ ਵੀ ਅੱਲ ਹੈ ਵੀ ਚੱਕ, ਇਹ 1 2 ਤੇ 3। ਤਾਂ ਆ ਜਿਹੜੀ ਕੋਨ ਹੈ, ਇਹ ਕੋਨ ਹੈ ਅਸਲ ਦੇ ਵਿੱਚ ਇਹ ਸਿਲੰਡਰ ਦਾ ਤੀਜਾ ਹਿੱਸਾ ਹੈ। ਅੱਛਾ ਜਿਹੜੀ ਹੁਣ ਮੇਰੇ ਮਨ 'ਚ ਵੀ ਸਵਾਲ ਆਇਆ, ਅੱਛਾ ਇਹ ਤੀਜਾ ਹਿੱਸਾ ਹੋ ਗਿਆ। ਹਾਂ, 3 ਕੋਨਾਂ ਬਣਨਗੀਆਂ ਇੱਕ ਸਿਲੰਡਰ ਦੇ ਵਿੱਚੋਂ, 3 ਕੋਨਾਂ ਨਿਕਲਦੀਆਂ ਹਮੇਸ਼ਾ। ਤਾਂ ਤੁਸੀਂ ਉਹ ਜਿਹੜਾ ਹੈਗਾ ਇੱਕ ਪ੍ਰਯੋਗ ਦੇਖਿਆ ਹੋਣਾ ਵੀ ਇੱਕ ਵਿਅਕਤੀ ਹੈ ਜਿਹੜਾ ਸਿਲੰਡਰ ਲੈਂਦਾ, ਇੱਕ ਕੋਨ ਲੈਂਦਾ ਬਰਾਬਰ ਦੇ ਵਿਆਸ ਦੀ, ਤੇ ਉਹ ਪਾਣੀ ਦੀਆਂ ਭਰ ਕੇ ਪਾਈ ਜਾਂਦਾ। ਜਦੋਂ 3 ਕੋਨਾਂ ਪੈ ਜਾਂਦੀਆਂ ਤਾਂ ਸਿਲੰਡਰ ਪੂਰਾ ਭਰ ਜਾਂਦਾ। ਤਾਂ ਕੀ ਸਿੱਧ ਹੋਇਆ? ਆ ਸਿੱਧ ਹੋਇਆ। ਤਾਂ ਇਹ ਜਿਹੜੀ ਆਧਾਰ ਹੈ ਨਾ, ਜਦ ਤੱਕ ਬੱਚੇ ਨੂੰ ਆਧਾਰ ਤੋਂ ਨਹੀਂ ਲੈ ਕੇ ਜਾਓਗੇ ਤੁਸੀਂ, ਉਹ ਦਿਲਚਸਪੀ ਨਹੀਂ ਬਣਦੀ, ਉਹਦੀ ਸਮਝ ਜੂਗਾ ਪਰ ਦਿਲਚਸਪੀ ਨਹੀਂ ਪੈਦਾ। ਹਾਂ, ਦਿਲਚਸਪੀ ਪੈਦਾ। ਸਰ ਤੁਸੀਂ ਐਂ ਕਰੋ ਵੀ ਮੈਨੂੰ ਹੁਣ ਤੁਸੀਂ ਘਣਾਵ ਦਾ ਇਹ ਦੱਸ ਦਿਓ। ਬਿਲਕੁਲ ਇਹੀ ਸਵਾਲ ਮੇਰੇ ਮਨ 'ਚ ਖੁਦ ਆ ਰਿਹਾ ਹੈ ਕਿ ਫਿਰ ਹੁਣ ਤੁਸੀਂ ਘਣ ਵੀ ਦੱਸੇ ਦਿਓ। ਮੈਂ ਤਾਂ ਹੁਣ ਆ ਤਾਂ ਸਮਝ ਗਿਆ। ਇਹ ਸਮਝ ਗਏ ਨਾ? ਤਾਂ ਤੁਸੀਂ ਦੇਖੋ ਅਸਲ ਦੇ ਵਿੱਚ ਜਦੋਂ ਸਾਡੀ ਜਮਾਤਾਂ ਦੇ ਵਿੱਚ ਪੜ੍ਹਾਈ ਕਰਾਈ ਜਾ ਰਹੀ ਹੈ ਤਾਂ ਉਸ ਵਕਤ ਅਸੀਂ ਉਸ ਨੂੰ ਦਿਖਾਤਾ ਵੀ ਕਾਕੇ ਆ ਦੇਖ, ਆ ਤੇਰੇ ਕੋਲ ਘਣ ਹੈ। ਹੁਣ ਘਣ ਹੁੰਦਾ ਕੀ ਹੈ? ਸਵਾਲ ਖੜਾ ਹੋ ਗਿਆ। ਬਸ ਜਦੋਂ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ, ਸਮਝ ਲਓ ਪੜ੍ਹਾਈ 'ਚ ਆਨੰਦ ਆਉਣਾ ਸ਼ੁਰੂ ਹੋ ਗਿਆ। ਜਦ ਤੱਕ ਸਵਾਲ ਨਹੀਂ ਖੜੇ ਹੁੰਦੇ ਆਨੰਦ ਨਹੀਂ ਆਊਗਾ। ਹੁਣ ਇਹ ਲੰਬਾਈ, ਇਹ ਚੌੜਾਈ ਤੇ ਇਹ ਉਚਾਈ, ਜਦੋਂ ਇਹ ਤਿੰਨੇ ਬਰਾਬਰ ਹੋ ਜਾਂਦੀਆਂ ਤਾਂ ਘਣ ਕਹਿ ਦਿੰਦੇ ਆ। ਜੇ ਤਿੰਨੇ ਅਲੱਗ-ਅਲੱਗ ਹੋ ਗਈਆਂ ਵੀ ਲੰਬਾਈ ਹੋਰ ਹੈ, ਚੌੜਾਈ ਹੋਰ ਹੈ, ਇਹ ਘੱਟ ਹੋ ਗਈ ਨਾ ਲੰਬਾਈ ਨਾਲੋਂ, ਉਚਾਈ ਹੋਰ ਹੈ, ਇਹ ਤਿੰਨੇ ਅਲੱਗ-ਅਲੱਗ ਹੈ, ਤਾਂ ਇਸ ਨੂੰ ਕਹਿ ਦਿੰਦੇ ਆ ਘਣਾਵ। ਤੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ ਕਿਊਬ ਕਹਿ ਦਿੰਦੇ ਆ, ਤੇ ਇਸ ਨੂੰ ਕਿਹਾ ਜਾਂਦਾ ਕਿਊਬੋਇਡ। ਇਸ ਨੂੰ ਕਿਊਬੋਇਡ ਕਿਹਾ ਜਾਂਦਾ। ਬਿਲਕੁਲ ਠੀਕ ਹੈ ਜੀ। ਤਾਂ ਹੁਣ ਗੱਲ ਆ ਗਈ ਕਿ ਇਹ ਜਿਹੜੀਆਂ ਇਹ 3 ਡਾਈਮੈਂਸ਼ਨਲ ਚੀਜ਼ਾਂ ਹੈਗੀਆਂ। ਹੁਣ 3 ਡਾਈਮੈਂਸ਼ਨਲ ਕੀ ਹੁੰਦੀਆਂ? ਜਿਹੜੀਆਂ ਕਿ ਉੱਭਰਵੀਆਂ ਹੋਣ, ਜਿਨ੍ਹਾਂ ਦਾ ਆਇਤਨ ਹੋਵੇ। ਹੁਣ ਉਹਦਾ ਆਇਤਨ ਕੱਢਣ ਦੇ ਲਈ ਫੇਰ ਉੱਥੇ ਹੀ ਆ ਜਾਓ ਵੀ ਇਸ ਦਾ ਜੇ ਮੈਂ ਆਇਤਨ ਕੱਢਣਾ ਚਾਹਨਾ, ਅਸਲ ਦੇ ਵਿੱਚ ਇਹ ਕੀ ਹੈ? ਜਿਹਦੀ ਲੰਬਾਈ ਤੇ ਚੌੜਾਈ ਬਰਾਬਰ ਹੋਵੇ, ਵਰਗ ਕਹਿੰਦੇ ਆ। ਇਹ ਵਰਗਾਂ ਦਾ ਇੱਕ ਸੁਮੇਲ ਹੈ। ਇੱਕ ਵਰਗ, ਉਹਦੇ ਉੱਤੇ ਦੂਜਾ ਵਰਗ ਰੱਖਿਆ, ਉਹਦੇ ਤੇ ਤੀਜਾ, ਉਹਦੇ ਤੇ ਚੌਥਾ, ਇਸ ਤਰ੍ਹਾਂ ਦੇ ਵਰਗ ਇਕੱਠੇ ਕਰਕੇ ਰੱਖੇ ਹੋਏ। ਹੁਣ ਇੱਕ ਵਰਗ ਦਾ ਖੇਤਰਫਲ ਕੀ ਹੁੰਦਾ? ਭੁਜਾ ਗੁਣਾ ਭੁਜਾ, ਭੁਜਾ ਗੁਣਾ ਭੁਜਾ। ਹੁਣ ਇਹਨੂੰ ਉਚਾਈ ਦੇ ਨਾਲ ਗੁਣਾ ਕਰਨਾ, ਉਚਾਈ ਫੇਰ ਇਹਦੀ ਭੁਜਾਈ ਹੈ ਕਿਉਂਕਿ ਬਰਾਬਰ ਹੈ ਤਿੰਨੇ। ਤਾਂ ਭੁਜਾ ਗੁਣਾ ਭੁਜਾ ਗੁਣਾ ਭੁਜਾ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਸਾਈਡ ਇਨਟੂ ਸਾਈਡ ਇਨਟੂ ਸਾਈਡ। ਤਾਂ ਇਹ ਸਾਡੇ ਕੋਲ ਬਣ ਜਾਂਦਾ a ਦੀ 3। ਇਹ ਇਹਦਾ ਫਾਰਮੂਲਾ ਬਣ ਜਾਂਦਾ ਆਇਤਨ ਦਾ ਕਿਊਬ ਦਾ। ਇਸ ਤਰ੍ਹਾਂ ਬਣਦਾ। ਇਹ ਹੈ ਆਧਾਰ ਇਹਦਾ ਕਿ ਇਹ ਕਿਊਬ ਹੈ ਜਿਹੜਾ ਸਾਡੇ ਕੋਲ ਘਣ ਹੈ, ਇਹ ਹੋਰ ਕੁਝ ਨਹੀਂ ਹੈ। ਇਹ ਇੱਕ ਵਰਗਾਂ ਦਾ ਸੁਮੇਲ ਹੈ ਜਿਹੜੇ ਕਿ h ਉਚਾਈ ਤੱਕ ਦੇ ਵਰਗ ਹੈ। ਸਿਲੰਡਰ ਕੀ ਸੀਗਾ? ਚੱਕਰਾਂ ਦਾ ਸੁਮੇਲ ਸੀਗਾ। ਹੁਣ ਫਿਰ ਆ ਤਾਂ ਤੁਸੀਂ ਅੰਦਾਜ਼ਾ ਲਾ ਲਓ, ਉਹ ਆਇਤਾਕਾਰ ਦਾ, ਇਹ ਆਇਤਾਕਾਰ ਬਣ ਗਈ। ਲੰਬਾਈ ਚੌੜਾਈ, ਲੰਬਾਈ ਵੱਖਰੀ ਹੈ, ਚੌੜਾਈ ਵੱਖਰੀ ਹੈ, ਆਇਤ ਬਣ ਗਿਆ। ਕਿਉਂਕਿ ਲੰਬਾਈ ਤੇ ਚੌੜਾਈ ਬਰਾਬਰ ਸੀ ਤਾਂ ਵਰਗ ਸੀ। ਲੰਬਾਈ ਤੇ ਚੌੜਾਈ ਵੱਖਰੀ ਹੋ ਗਈ, ਆਇਤ ਬਣ ਗਿਆ। ਹੁਣ ਆਇਤਾਂ ਦਾ ਸੁਮੇਲ, ਆਇਤ ਦੇ ਉੱਤੇ ਆਇਤ 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 ਰੱਖੀ ਗਏ। ਕਿੰਨੀਆਂ ਆਇਤਾਂ ਰੱਖਤੀਆਂ? h ਉਚਾਈ ਦੀਆਂ। ਤਾਂ ਕੀ ਬਣ ਗਿਆ? ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਤਾਂ ਇਹ ਇਹਦਾ ਆਇਤਨ ਆ ਗਿਆ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਹਾਂ ਵੋਲਿਊਮ ਆਫ ਕਿਊਬਾਇਡ ਇਜ਼ ਇਕੁਅਲ ਟੂ L ਇੰਟੂ B ਇੰਟੂ H। ਲਓ ਜੀ, ਆਹ ਆਧਾਰ ਬਣ। ਹੁਣ ਬੱਚੇ ਦਾ ਇਹ ਆਧਾਰ ਬਣ ਗਿਆ ਨਾ। ਮੈਂ ਕਹਿੰਦਾ MSc ਕਰ ਲਵੇ, PhD ਕਰ ਲਵੇ, ਫੋਰਨ ਕੰਟਰੀ ਚਲਾ ਜਾਵੇ, ਪਰ ਇਹ ਫਾਰਮੂਲਾ ਨਹੀਂ ਬਦਲਦਾ। ਇਹ ਬੇਸ ਤਾਂ ਉਹੀ ਰਹਿਣਾ। ਕਿਉਂਕਿ ਅਕਸਰ ਇਹੀ ਹੁੰਦਾ ਕਿ ਰੱਟਾ ਮਾਰ ਲੈਂਦੇ। ਰੱਟਾ ਨਹੀਂ ਕਿ ਮਾਰ ਐ ਕਿਤਾਬ ਤੇ ਰੱਖ ਲੈਣਾ ਹੱਥ, ਫਿਰ ਐ ਦੇਖ ਕੇ ਫਲਾਣਾ ਨਮਕਾਣਾ, ਫਿਰ LBH ਹੋ ਗਿਆ ਜੀ, LBH। ਇਦਾਂ ਹੀ ਹੁੰਦਾ ਭਾਜੀ, ਬਿਲਕੁਲ ਇਦਾਂ ਹੀ ਹੁੰਦਾ। ਜਦੋਂ ਕਲਾਸ ਦੇ ਵਿੱਚ ਹੁੰਦਾ ਨਾ ਤਾਂ ਬੰਦਾ ਇਦਾਂ ਹੀ ਮਾਰਦਾ। ਮੈਂ ਨੂੰ ਕਹੂੰਗਾ ਕਿ ਇਹ ਤੁਸੀਂ ਥੋੜਾ ਜਿਹਾ ਇਸ ਗੱਲ ਤੇ ਧਿਆਨ ਦਿਓ। ਬਸ ਜਦੋਂ ਵੀ ਕਲਾਸ ਦੇ ਵਿੱਚ ਬੈਠੇ ਹੋ ਨਾ, ਤਾਂ ਅਧਿਆਪਕ ਨੂੰ ਜ਼ਰੂਰ ਪੁੱਛੋ। ਅਧਿਆਪਕ ਕੋਈ ਨਾ ਨਹੀਂ ਕਰਦਾ ਉਹਨੂੰ, ਪਰ ਉਦੋਂ ਪੁੱਛੋ ਜਦੋਂ ਉਹ ਕਵੇ ਮੇਰੇ ਤੋਂ ਪ੍ਰਸ਼ਨ ਪੁੱਛੋ, ਕੋਈ ਹੈ ਤਾਂ ਤੁਹਾਡੇ ਕੋਲ। ਔਰ ਉਸ ਅਧਿਆਪਕ ਦੀ ਜਮਾਤ ਮੈਂ ਸਫਲ ਮੰਨਦਾ ਜਿਸ ਅਧਿਆਪਕ ਦੀ ਜਮਾਤ ਦੇ ਵਿੱਚ ਬੱਚੇ ਉੱਠ ਕੇ ਪ੍ਰਸ਼ਨ ਕਰਨ। ਜੇ ਪ੍ਰਸ਼ਨ ਨਹੀਂ ਨਾ ਕਰਦੇ ਤਾਂ ਇਹਦਾ ਮਤਲਬ ਉਸ ਅਧਿਆਪਕ ਨੇ ਬੱਚਿਆਂ ਨੂੰ ਜਗਾਇਆ ਨਹੀਂ ਹੈ। ਜੇ ਚੁੱਪ ਇੱਥੇ ਬੈਠ ਕੇ ਚਲੇ ਗਏ, ਉਹਦਾ ਕੋਈ ਲਾਭ ਨਹੀਂ ਹੈ। ਫਿਰ ਜਿਵੇਂ ਇੱਕ ਕਹਿ ਹੀ ਦਿੰਦੇ ਨੇ, ਕੋਈ ਸਵਾਲ ਕੋਈ ਉੱਠਦਾ ਨਹੀਂ, ਉਹ ਕਹਿੰਦਾ ਠੀਕ ਆ, ਹੋ ਗਿਆ ਵੀ। ਇਦਾਂ ਹੀ ਹੁੰਦਾ ਭਾਜੀ। ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਗੱਲ ਆ ਜਾਂਦੀ ਆ, ਅਕਸਰ ਆਪਾਂ ਪੁੱਛ ਲੈਂਦੇ ਆ ਕਿ ਜਵਾਕਾਂ ਨੂੰ ਕਿ 12 ਤੱਕ ਜ਼ਿਆਦਾਤਰ ਜਿਹੜੇ ਜਵਾਕ ਨੇ ਉਹ ਯਾਦ ਕਰ ਲੈਂਦੇ, ਵੱਧ ਤੋਂ ਵੱਧ 15 ਤੱਕ ਜ਼ਿਆਦਾਤਰ
ਹੋ ਜਾਂਦੇ ਆ ਕਿ ਹਾਂ ਭਈ 15 ਤੱਕ ਵੀ ਅਗਲਾ ਯਾਦ ਕਰ ਲੈਂਦਾ, ਕਿਉਂਕਿ ਉੱਥੇ ਤੱਕ 12 ਦਾ ਤਾਂ ਚਲੋ ਆਉਂਦਾ 1 2 3 ਲਿਖ ਕੇ, ਇੱਧਰੋਂ ਫਿਰ ਉਲਟਾ ਹੋ ਜਾਂਦਾ। 12 15 ਤੋਂ ਬਾਅਦ ਵਾਲੇ ਪਹਾੜਿਆਂ ਨੂੰ ਫਿਰ ਕਿਵੇਂ ਬੰਦਾ ਸੋਲਵ ਕਰ ਸਕਦਾ ਹੈ ਕਿ ਛੇਤੀ ਛੇਤੀ ਆ ਜਾਵੇ? ਦੇਖੋ ਪਹਾੜਿਆਂ ਦਾ ਤਾਂ ਇਸ ਤਰ੍ਹਾਂ ਹੈ ਵੀ ਪਹਾੜਿਆਂ ਨੂੰ ਯਾਦ ਕਰਨ ਦੀ ਬਜਾਏ ਜੇ ਟੈਕਨੋਲੋਜੀ ਨੂੰ ਵਰਤਿਆ ਜਾਵੇ ਨਾ, ਉਹ ਠੀਕ ਹੈ। ਰੱਟੇ ਲਗਾਉਣ ਵਾਲਾ ਕੰਮ 1 ਦੂਣੀ 2 ਦੂਣੀ 4 3 ਦੂਣੀ 6 ਤੇ ਪੀਰੀਅਡ ਵੀ ਸੋਹਣਾ ਲੰਘ ਜਾਂਦਾ ਸੀਗਾ, ਹੈ ਨਾ। ਪਰ ਉਹਦੇ ਨਾਲ એનર્ਜੀ ਬਿਲਟ ਅਪ ਹੁੰਦੀ ਸੀ। ਉਹ ਗਲਤ ਨਹੀਂ ਸੀ ਮੈਥਡਸ। ਉਹ ਕੀ ਹੈ ਵੀ ਸਾਰੇ ਦਿਨ ਦਾ ਥੱਕਿਆ ਹੋਇਆ ਬੱਚਾ ਜਦੋਂ ਅਖੀਰਲੇ ਪੀਰੀਅਡ ਚੱਕ ਕੇ ਕਰਦਾ ਸੀ ਨਾ, ਸਾਰੀ ਕਲਾਸ ਮਿਲ ਕੇ, ਹੈ ਨਾ, ਚੱਲ ਵੀ 8 ਦਾ ਪਹਾੜਾ ਮੈਂ ਸੁਣਾਵਾਂ ਜੀ, ਮਤਲਬ ਉਹ ਆਨੰਦ ਜਾਂ ਉਹਨਾਂ ਦੀ એનર્ਜੀ ਬੂਸਟ ਅਪ ਹੋ ਕੇ ਉਹ ਫੇਰ ਮਤਲਬ ਇਹ એનર્ਜੀ ਇਕੱਠੀ ਕਰਕੇ ਜਾਂਦੇ ਸੀ ਘਰੇ। ਤੇ ਹੁਣ ਗੱਲ ਇਹ ਹੈ ਵੀ ਇਹਨਾਂ ਪਹਾੜਿਆਂ ਨੂੰ ਤਿਆਰ ਕਰਨ ਦੇ ਲਈ ਸਾਡੇ ਕੋਲ ਬੜੇ ਸਿਸਟਮ ਹੈ। ਕੋਈ ਜਾਪਾਨੀ ਤਰੀਕਾ ਹੈ, ਕੋਈ ਚਾਈਨੀਜ਼ ਤਰੀਕਾ ਹੈ, ਕੋਈ ਇੰਡੀਅਨ ਤਰੀਕਾ ਹੈ, ਕੋਈ ਵੈਦਿਕ ਮੈਥ ਹੈ। ਮੈਂ ਤੁਹਾਨੂੰ ਫੇਰ ਦਰਸ਼ਕਾਂ ਨੂੰ ਇਹ ਦੱਸਦਾ ਜਾਵਾਂ ਕਿ ਇਹ ਭੁਲੇਖੇ 'ਚ ਨਾ ਰਿਓ ਕਿ ਮੈਂ ਕੋਈ ਆਪਣੀਆਂ ਬਣਾਈਆਂ ਚੀਜ਼ਾਂ ਦੱਸੀ ਜਾਂਦਾ। ਮੈਂ ਤਾਂ ਹਾਲੇ ਤੱਕ ਤੁਹਾਡੇ ਨਾਲ ਉਹੀ ਸਾਂਝੀਆਂ ਕਰ ਰਿਹਾ ਜਿਹੜੀਆਂ ਮੈਂ ਪੜ੍ਹੀਆਂ ਔਰ ਉਹ ਕਿਤਾਬਾਂ 'ਚ ਘੋਖੀਆਂ। ਔਰ ਮੈਨੂੰ ਇਹ ਲੱਗਿਆ ਵੀ ਇਹ ਚੀਜ਼ਾਂ ਤੁਹਾਡੇ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਸੀ, ਪਰ ਪਹੁੰਚੀਆਂ ਕਿਉਂ ਨਹੀਂ? ਤੋ ਇਹਨਾਂ ਦਾ ਉਪਰਾਲਾ ਹੈ ਜਿਹੜਾ ਸਾਡੇ ਸਾਥੀਆਂ ਦਾ ਕਿ ਤੁਹਾਡੇ ਤੱਕ ਪਹੁੰਚਾ ਰਹੇ ਹੈ, ਦਿਨ ਪਰ ਦਿਨ ਨਵੀਆਂ ਵੀਡੀਓਜ਼ ਲਿਆ ਕੇ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਹੈ। ਤਾਂ ਇਸ ਦੇ ਨਾਲ ਜ਼ਰੂਰ ਇਹ ਚਿਣਕ ਲੱਗਦੀ ਹੈ। ਔਰ ਬਹੁਤ ਸਾਰੇ ਸਾਥੀ ਮੈਨੂੰ ਇਹ ਪ੍ਰਸ਼ਨ ਵੀ ਕਰਦੇ ਹੈ ਤੇ ਪੁੱਛਦੇ ਵੀ ਹੈ ਕਿ ਸਰ ਇਸ ਦੀ ਕੋਈ ਵੀਡੀਓ ਬਣਾ ਕੇ ਦਿਓ, ਸਰ ਜੀ ਇਸ ਦੀ ਕੋਈ ਵੀਡੀਓ ਬਣਾ ਕੇ ਦਿਓ। ਤਾਂ ਉਹਨਾਂ ਵੀਡੀਓ ਦੀ ਲੜੀ ਦੇ ਵਿੱਚ ਆਪਣੀ ਇਹ ਅਗਲੀ ਵੀਡੀਓ ਚੱਲ ਰਹੀ ਹੈ ਜਿਸ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਪਹਾੜਿਆਂ ਦੀ। ਤਾਂ ਹੁਣ ਮੰਨ ਲਓ ਕਿ 9 ਦਾ ਪਹਾੜਾ, ਜਿਵੇਂ ਤੁਸੀਂ ਕਿਹਾ ਕਿ 9 8 7 6 5 4 3 2 1 ਇਹ ਲਿਖ ਲੈਂਦਾ ਬੱਚਾ। ਫਿਰ ਇੱਧਰ ਲਿਖ ਲੈਂਦਾ 0 1 2 3 4 5 6 7 8 9 ਇਹ 9 ਦਾ ਪਹਾੜਾ ਬਣ ਜਾਂਦਾ। ਇਹ ਸਾਰਿਆਂ ਨੂੰ ਆਉਂਦਾ। ਲੇਕਿਨ ਗੱਲ ਇਹ ਹੈ ਕਿ ਜੇ ਅਸੀਂ ਇਸ ਨੂੰ 99 ਦਾ ਬਣਾਉਣਾ ਚਾਹੁੰਦੇ ਹਾਂ ਤਾਂ ਕੀ ਕਰੀਏ? ਗੱਲ ਤਾਂ ਇਹ ਹੈ ਨਾ ਵੀ 99 ਦਾ ਬਣਾਉਣਾ ਤਾਂ ਕੀ ਕਰੀਏ? 9 ਦਾ ਤਾਂ ਤੁਸੀਂ ਬਣਾ ਲਿਆ, ਸਿੱਖ ਵੀ ਲਿਆ, ਪਰ 99 ਦਾ ਕਿਵੇਂ ਬਣਾਈਏ? ਆਜੋ ਫਿਰ 99 9 ਦੇ ਪਹਾੜੇ 'ਚ ਹੈ ਕੀ? ਇਹਦਾ ਮਤਲਬ ਪਿੱਛੇ ਇਹੀ ਅੱਖਰ ਆਣੇ ਆ। ਲਿਖ ਦਿਓ 9 8 7 6 5 4 3 2 1 0। ਹੁਣ 99 ਹੈ ਤਾਂ 99 ਦਾ ਨਾ ਹੀ ਆਣਾ। ਦੇਖ ਰਹੇ ਹੋ ਇਹ ਨਾ ਆ ਗਿਆ। ਹੁਣ ਇਹ ਕੀ ਹੈ? ਇਹ 99 ਹੈ, ਆਹ ਬਣ ਗਿਆ, ਆਹ ਬਣ ਗਿਆ, ਆਹ ਬਣ ਗਿਆ। ਲਓ ਜੀ 99 ਦਾ ਪਹਾੜਾ ਤਿਆਰ ਹੋ ਗਿਆ। ਇਹ 99 ਦਾ ਪਹਾੜਾ ਆ ਕਰ ਲੋ। ਉਹ 99 ਏਕਮ 99 ਤੋਂ ਨਾ 100 ਪੁਰਾਣੇ ਮੈਥਡ 'ਚ ਆ ਜਾਓ। ਜੇ ਨਹੀਂ ਸਮਝ ਆਇਆ ਤਾਂ 99 ਤੋਂ 297 99 ਚੋਗਾ 396। ਮਤਲਬ ਇਹ ਇਸ ਤਰ੍ਹਾਂ ਦੇ ਨਾਲ ਪੜ੍ਹਾਈ ਕਰਾਈ ਜਾਊਗੀ ਨਾ। ਅੱਛਾ ਸਰ, ਹੋ ਵਾਹ ਜੀ। ਕੋਈ ਦੇਖ ਰਿਹਾ ਸੀ, ਮੈਂ ਕਿਹਾ ਬਸ ਨਿਬੜ ਵੀ ਗਿਆ ਇੰਨੀ ਛੇਤੀ। ਲੈ ਨਿਬੜਨ ਦੀ ਗੱਲ ਕਹਿੰਦੇ ਹੋ? ਮੈਥਮੈਟਿਕਸ ਤੇ ਪੜ੍ਹਾਈ ਦਾ ਨਿਬੜਨਾ ਕੀ ਹੁੰਦਾ? ਆ ਲਓ ਚੱਕੋ, ਹੁਣ ਇੱਧਰ ਲਾ ਦਿਓ ਏਕੇ ਦੂਏ। ਆਹ ਕੀ ਬਣ ਗਿਆ ਜੀ? ਉਹ 991 ਦਾ ਪਹਾੜਾ, 991 ਦਾ ਪਹਾੜਾ ਤਿਆਰ ਹੋ ਗਿਆ। ਵਾਹ ਜੀ ਵਾਹ। ਲੋ ਬਣਾਈ ਚੱਲੋ। ਲੈ ਬੱਚਾ ਮੈਂ ਕਹਿੰਦਾ ਕਲਾਸ 'ਚ ਉੱਠ ਕੇ ਦਿਖਾਵੇ, ਉਹ ਰੋਟੀ ਖਾਣੀ ਭੁੱਲ ਜੂਗਾ ਪਰ ਪਹਾੜੇ ਬਣਾਉਣੇ ਨਹੀਂ ਭੁੱਲੂਗਾ। ਇੰਨਾ ਸੌਖਾ ਸੀਗਾ। ਅਸੀਂ ਤਾਂ ਉਹੀ ਇੱਧਰ ਉੱਧਰ ਝਾਕਦੇ ਰਹੇ। ਲਓ ਜੀ ਜਿਹੜਾ ਮਰਜ਼ੀ ਮਤਲਬ ਫਾਰਮ ਇਸ ਤਰ੍ਹਾਂ ਹੀ ਗੁਣਾ ਕਰਨੀ ਹੈ, ਇਸ ਤਰ੍ਹਾਂ ਹੀ ਤੁਸੀਂ ਕੋਈ ਵਰਗ ਬਣਾਉਣੇ ਹੈ, ਇਸ ਤਰ੍ਹਾਂ ਹੀ ਕੋਈ ਕਿਊਬ ਰੂਟ ਕੱਢਣੇ ਹੈ, ਇਸ ਤਰ੍ਹਾਂ ਹੀ ਘਣ ਮੂਲ ਮਤਲਬ ਜਿਹੜੀ ਚੀਜ਼ ਵੀ ਤੁਸੀਂ ਚਾਹੋਗੇ ਉਹ ਤੁਹਾਡੇ ਕੋਲ ਅਵੇਲੇਬਲ ਹੋਗੀ। ਪਰ ਕਦੋਂ? ਜਦੋਂ ਤੁਹਾਡੇ 'ਚ ਦਿਲਚਸਪੀ ਹੋਵੇ। ਤੁਸੀਂ ਪ੍ਰਸ਼ਨ ਕਰੋਗੇ ਅਧਿਆਪਕ ਨੂੰ ਜਾ ਕੇ। ਇਹ ਨਾ ਸੋਚੋ ਵੀ ਅਧਿਆਪਕ ਨੂੰ ਮੇਰੇ ਨੂੰ ਪੜ੍ਹਾਉਣਾ ਨਹੀਂ ਨਾ, ਇਹ ਹੀ ਮੂਰਖਤਾ ਸਾਡੀ। ਅਸੀਂ ਇਹ ਮੰਨ ਲੈਂਦੇ ਹਾਂ, ਅਜ਼ਿਊਮ ਕਰ ਲੈਂਦੇ ਹਾਂ ਕਿ ਸ਼ਾਇਦ ਮੇਰੇ ਅਧਿਆਪਕ ਨੂੰ ਆਉਂਦਾ ਨਹੀਂ ਹੋਣਾ। ਨਾ ਉਹਦੇ ਕੋਲ ਤਾਂ ਸਾਰਾ ਕੁਝ ਹੈ। ਜਾ ਤਾਂ ਸਹੀ ਤੂੰ ਉਹਦੇ ਕੋਲ, ਤੂੰ ਦੇਖ ਉਹ ਕਿਹੜੀਆਂ ਚੀਜ਼ਾਂ ਦੱਸੂ। ਤੂੰ ਇੱਕ ਵਾਰੀ ਪ੍ਰਸ਼ਨ, ਤੂੰ ਤਾਂ ਪ੍ਰਸ਼ਨ ਹੀ ਨਹੀਂ ਕਰਦਾ ਹੈ। ਉਹ ਦੱਸੇਗੀ ਤੈਨੂੰ, ਦੱਸੂਗਾ ਤਾਂ ਜੇ ਤੂੰ ਪ੍ਰਸ਼ਨ ਕਰੇਗਾ। ਹੁਣ ਡਾਕਟਰ ਕੋਲ ਜਾ ਕੇ ਜੇ ਤੁਸੀਂ ਕਹੋਗੇ ਮੇਰਾ ਸਿਰ ਦੁਖਦਾ ਹੈ ਤਾਂ ਉਹ ਸਿਰ ਦੁਖਦੇ ਦੀ ਦਵਾਈ ਦੇਊਗਾ, ਉਹਨੂੰ ਠੀਕ ਕਰਨਾ ਹੈ। ਤੇ ਜੇ ਤੁਸੀਂ ਜਾ ਕੇ ਉਹਨੂੰ ਦੱਸੋਗੇ ਨਹੀਂ, ਪੁੱਛੋਗੇ ਨਹੀਂ ਡਾਕਟਰ ਸਾਹਿਬ ਆਹ ਤਕਲੀਫ ਹੈ, ਫਿਰ ਉਹ ਦਵਾਈ ਕਾਹਦੀ ਦੇਊਗਾ? ਉਹਨੇ ਪੁੱਛੀ ਜਾਣਾ ਕਿਹੜੀ ਤਕਲੀਫ ਆ, ਕਹਿੰਦੇ ਬਸ ਤਕਲੀਫ ਹੈ, ਲੱਭ ਕੇ ਦਿਖਾ। ਕਰਕੇ ਅਸੀਂ ਬੜੀ ਮਾਰ ਖਾ ਰਹੇ ਹਾਂ। ਮੈਂ ਫਿਰ ਇਹ ਬਾਰ-ਬਾਰ ਇਹ ਗੱਲ ਕਹਿਣਾ ਚਾਹੁੰਦਾ ਕਿ ਸਤਰਕ ਹੋ ਜਾਓ ਵਿਦਿਆਰਥੀਓ, ਪ੍ਰਸ਼ਨ ਜ਼ਰੂਰ ਪੁੱਛਿਆ ਕਰੋ ਪਰ ਸਲੀਕੇ ਦੇ ਨਾਲ। ਆਪਣੇ ਅਧਿਆਪਕ ਨੂੰ ਸਤਿਕਾਰ ਸਹਿਤ ਪ੍ਰਸ਼ਨ ਪੁੱਛੋ। ਅਧਿਆਪਕ ਤੁਹਾਨੂੰ ਇਹੋ ਜਿਹੀ ਜਗ੍ਹਾ ਤੇ ਲੈ ਜਾਊਗਾ ਜਿਵੇਂ ਸਾਡੇ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਨਾ, ਅਸੀਂ ਉਹਨਾਂ ਅਧਿਆਪਕਾਂ ਦੇ ਸਤਿਕਾਰਤ ਅਧਿਆਪਕਾਂ ਦੇ ਸਨਮਾਨ ਦੇ ਵਿੱਚ ਖੜੇ ਹੋ ਜਾਂਦੇ ਹਾਂ। ਇੱਕ ਦੇਸ਼ ਦਾ ਰਾਸ਼ਟਰਪਤੀ ਉਸ ਸਤਿਕਾਰਤ ਅਧਿਆਪਕ ਦੇ ਸਨਮਾਨ ਦੇ ਵਿੱਚ ਕਿਉਂ ਖੜਾ ਹੋ ਰਿਹਾ? ਕਿਉਂਕਿ ਉਸ ਦੀ ਬਦੌਲਤ ਅੱਜ ਰਾਸ਼ਟਰਪਤੀ ਬਣਿਆ। ਉਸਨੇ ਉਹਨੂੰ ਖੜੇ ਹੋਣਾ ਸਿਖਾਇਆ, ਉਸਨੇ ਉਸ ਨੂੰ ਪੜ੍ਹਨਾ ਲਿਖਣਾ ਸਿਖਾਇਆ, ਉਸਨੇ ਉਸ ਨੂੰ ਗੁਣਾ ਭਾਗ ਸਿਖਾਈ ਹੈ, ਉਸਨੇ ਉਸ ਨੂੰ ਵਿਚਰਨਾ ਸਿਖਾਇਆ, ਉਸਨੇ ਸਿਖਾਇਆ ਵੀ ਤੂੰ ਇਸ ਤਰ੍ਹਾਂ ਕਰਕੇ ਆਪਣੇ ਬੂਟ ਪਾਲਿਸ਼ ਕਰਕੇ ਪਰਸਨੈਲਿਟੀ ਨੂੰ ਡਿਵੈਲਪ ਕਰ। ਆਲਰਾਊਂਡ ਡਿਵੈਲਪਮੈਂਟ ਜਿਸ ਨੂੰ ਮਤਲਬ ਆਹ ਚੀਜ਼ਾਂ ਜਿੱਥੇ ਮੈਥਮੈਟਿਕਸ ਸਾਇੰਸ ਦੀ ਪੜ੍ਹਾਈ ਜ਼ਰੂਰੀ ਹੈ, ਉੱਥੇ ਆਹ ਚੀਜ਼ਾਂ ਵੀ ਅਧਿਆਪਕ ਤੋਂ ਹੀ ਮਿਲਦੀਆਂ, ਕੋਈ ਬਾਜ਼ਾਰ 'ਚ ਨਹੀਂ ਮਿਲਣੀਆਂ ਹੈਗੀਆਂ। ਬਿਲਕੁਲ
ਸਰ ਮੈਂ ਜੇ ਗੱਲ ਕਰਾਂ ਕਿ ਅੱਜ ਕੱਲ ਨਾ ਜਿਵੇਂ ਲੋਕੀ ਗਵਰਨਮੈਂਟ ਪੇਪਰਾਂ ਦੀਆਂ ਤਿਆਰੀਆਂ ਕਰਦੇ ਨੇ, ਹਾਂਜੀ ਹਾਂ ਫਿਰ ਉਹਦੇ ਵਿੱਚ ਇੱਕ ਆਉਂਦਾ ਹੈਗਾ ਰੀਜ਼ਨਿੰਗ। ਹਾਂ ਬਿਲਕੁਲ ਰੀਜ਼ਨਿੰਗ ਦੇ ਵਿੱਚ ਕਹਿੰਦੇ ਮੈਥਮੈਟਿਕ ਬੜੀ ਆਉਂਦੀ ਆ, ਰੀਜ਼ਨਿੰਗ ਦੇ ਵਿੱਚ ਮੈਂਟਲ ਐਬਿਲਿਟੀ ਹਨਾ, ਉਹਦੇ ਵਿੱਚ ਕਹਿੰਦੇ ਬਹੁਤ ਉਲਝ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਸਮਾਂ ਬੜਾ ਘੱਟ ਹੁੰਦਾ, ਉਹਦੇ ਪੂਰਾ ਗਿਣਵਾ ਟਾਈਮ ਹੋਣਾ ਤੇ ਫਟਾਫਟ ਲਾ ਦਿਓ ਜੀ ਗੁਣਾ ਕਰਨੀਆਂ ਉਂਗਲੀਆਂ ਤੇ। ਉਹਦੇ ਕੁਝ ਤਰੀਕੇ ਦੱਸ ਦਿਓ ਜਿਹੜੇ ਸੋਲਵ ਹੋ ਸਕਣ ਜੇਤੀ। ਦੇਖੋ ਵੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਪ੍ਰੈਕਟਿਸ ਤੋਂ ਬਿਨਾ ਨਹੀਂ ਹੈ। ਹਾਂ ਮੈਂ ਤਰੀਕੇ ਸਾਰੇ ਦੱਸ ਦਿੰਦਾ, ਅਧਿਆਪਕ ਤਰੀਕੇ ਸਾਰੇ ਦੱਸ ਦਿੰਦਾ, ਪਰ ਜਦ ਤੱਕ ਤੁਸੀਂ ਪ੍ਰੈਕਟਿਸ ਨਹੀਂ ਨਾ ਕਰੋਗੇ, ਖੁਦ ਨਹੀਂ ਕਰੋਗੇ, ਨਹੀਂ ਆਊਗਾ। ਇਹ ਦੇਖਣ ਦਾ ਵਿਸ਼ਾ ਨਹੀਂ ਹੈ, ਕਰਨ ਦਾ ਵਿਸ਼ਾ ਹੈ। ਦੇਖਣ ਨਾਲ ਤਾਂ ਤੁਹਾਨੂੰ ਬੜਾ ਆਸਾਨ ਲੱਗੂਗਾ, ਪਰ ਜਦੋਂ ਤੁਸੀਂ ਆਪਣੇ ਹੱਥ ਦੇ ਵਿੱਚ ਕਲਮ ਲੈ ਕੇ ਉਸ ਨੂੰ ਲਿਖਣਾ ਸ਼ੁਰੂ ਕਰੋਗੇ ਤੁਹਾਨੂੰ ਲੱਗੂਗਾ ਹਾਂ ਐਂ ਕੀਤਾ ਤਾਂ ਸੀ ਪਰ ਹੁਣ ਮੇਰੇ ਤੋਂ ਨਹੀਂ ਹੋ ਰਿਹਾ। ਪਰ ਇਹ ਪ੍ਰੈਕਟਿਸ, ਇਸੇ ਲਈ 3-3 4-4 ਮਹੀਨੇ ਲਗਾਤਾਰ ਇਹਦੇ ਇਹੋ ਜਿਹੇ ਪ੍ਰਸ਼ਨ ਲੱਭੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਠੀਕ ਹੈ। ਤਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕੀਤਾ ਸੀਗਾ ਇਹ ਸਾਰਾ ਕੁਝ ਪਹਿਲਾਂ, ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਵਰਗ ਦੀ ਗੱਲ ਸਮਝਾਉਣਾ ਕਿ ਆਹ ਇੱਕ ਮੇਰੇ ਕੋਲ ਵਰਗ ਹੈ। ਹੁਣ ਇਸ ਵਰਗ ਦੇ ਵਿੱਚ 1 ਤੋਂ ਲੈ ਕੇ 99 ਤੱਕ ਤੁਸੀਂ ਕੋਈ ਵੀ ਨੰਬਰ ਬੋਲ ਸਕਦੇ ਹੋ। 22 ਲਓ ਜੀ, ਇਹਨਾਂ ਨੇ ਬੋਲਿਆ 22। ਤਾਂ ਹੁਣ ਮੈਂ ਤੁਹਾਨੂੰ ਇੱਥੇ ਇੱਕ ਮੈਥਮੈਟਿਕਸ ਦਾ ਤਜਰਬਾ ਕਰਕੇ ਦਿਖਾਣਾ ਕਿ ਮੈਂ ਕੁਝ ਅੰਕ ਲਿਖ ਰਿਹਾ, ਇਹਨਾਂ ਅੰਕਾਂ ਦੇ ਲਿਖਣ ਦੇ ਨਾਲ ਮੈਂ ਤੁਹਾਨੂੰ ਦਿਖਾਊਂਗਾ ਕਿ ਇਹ ਸਾਰੇ ਪਾਸੇ 22 22 22 22 22 22 22 ਕਰ ਦੂੰਗਾ ਮੈਂ। ਤੁਸੀਂ ਦੇਖਦੇ ਚੱਲੋ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ 22 22 ਕਿਵੇਂ ਹੋ ਗਿਆ। ਚਲੋ ਜੀ ਜੋੜੋ, 12 7 19, 19 ਤੇ 1 20, 20 ਤੇ 2 22, 8 ਤੇ 1 9 ਤੋਂ 11 ਤੇ 11 22, 5 10 ਤੇ 15 3 18 4, 9 6 15 3 18 4 7 2 9 4 13 9, 6 3 9 10 ਤੇ 12, 10 3 13 ਤੇ 8 21 ਤੇ 1, 5 4 9 ਤੇ 11 20 ਤੇ 2, ਇੱਥੇ ਹੀ ਬਸ ਨਹੀਂ 10 4 14 15 7, 9 3 12 8 20 ਤੇ 2। ਮੈਂ ਕਹਿੰਦਾ 22 ਜੀ ਕਰਾਤਾ ਕਿ ਨਹੀਂ? ਆ ਲੈ ਚੱਕ ਬਾਈ, ਹਾਲੇ ਕਿਤੇ ਖਤਮ ਹੋ ਗਈ ਕਹਾਣੀ? ਨਾ ਨਾ ਨਾ, ਇਹ ਨਹੀਂ ਮੁੱਕਦੀ ਹੈ। ਇਹ ਮੈਥਮੈਟਿਕਸ ਹੈ, ਇੰਨੀ ਦਿਲਚਸਪ ਵਿਸ਼ਾ। ਤੁਸੀਂ ਇੱਕ 22 ਨੰਬਰ ਬੋਲਿਆ, ਜਿਹੜਾ ਮਰਜ਼ੀ ਬੋਲੋ, ਉਹਦਾ ਵਰਗ ਰੈਂਡਮ, ਬਸ ਕੋਈ ਨੰਬਰ ਤੁਸੀਂ ਬੋਲੋਗੇ ਉਸ ਨੰਬਰ ਨੂੰ ਅਸੀਂ ਇਸ ਨੂੰ ਮੈਜੀਕਲੀ, ਮਤਲਬ ਗੱਲ ਕੀ ਹੈ ਕਿ ਤੁਹਾਨੂੰ ਕਿ ਇੱਧਰ ਨੂੰ ਜੋੜਨਾ, ਇੱਧਰ ਨੂੰ ਜੋੜਨਾ, ਡਾਇਗਨਲੀ ਜੋੜਨਾ, ਵਰਗਾਂ 'ਚ ਜੋੜਨਾ, ਆ ਰੀਜ਼ਨਿੰਗ ਦੇ ਕੁਐਸਚਨ ਤੁਹਾਡੇ ਆਪਣੇ ਆਪ ਹੀ ਪ੍ਰੈਕਟਿਸ 'ਚ ਆ ਜਾਣੇ, ਪ੍ਰੈਕਟਿਸ 'ਚ ਆ ਜਾਣੇ। ਇੱਦਾਂ ਦੇ ਕਈ ਮੈਥਡ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਥਡ ਇਹ ਵੀ। ਮੈਂ ਹੁਣ ਪੁੱਛਾਂ ਇਹ ਪੋਸੀਬਲ ਕਿਵੇਂ ਹੋਇਆ? ਹੁਣ ਜੇ ਮੰਨ ਲਓ ਮੈਂ 44 ਬੋਲ ਦਿੰਦਾ, ਬਣਾ ਦੇਣਾ ਨਹੀਂ ਹੁਣ ਉਹੀ ਤਾਂ ਗੱਲ ਹੈ ਮੇਰੇ ਦਿਮਾਗ, ਕਿਉਂਕਿ ਅਕਸਰ ਕਈ ਵਾਰ ਕੀ ਹੁੰਦਾ ਨੀਚੇ ਕਮੈਂਟ ਕਰਨ ਲੱਗ ਜਾਂਦੇ ਨੇ ਕਿ ਨਹੀਂ ਪਹਿਲਾਂ ਹੀ ਦੱਸਿਆ ਹੋਊ ਜਾਂ ਪਹਿਲਾਂ ਹੀ ਉਧਰ ਨੂੰ ਕੀਤਾ ਹੋਊ। ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ, ਮੈਂ ਤਾਂ ਆਪ ਹੈਰਾਨ ਹੋ ਰਿਹਾ ਉਹਨੇ ਦੇਖ ਕੇ। ਭਾਈ ਤੁਸੀਂ ਨਹੀਂ 44 ਵੀ ਨਹੀਂ ਭਾਈ, ਮੈਂ ਦੱਸਦਾ। ਹਾਂ ਜਿਹੜਾ ਮਰਜ਼ੀ ਤੁਸੀਂ ਲਿਖੋ ਤੁਸੀਂ 87 ਹੀ। ਦੇਖੋ ਵਿਦਿਆਰਥੀ ਕੀ ਕਰਦੇ ਆ ਵੀ ਅਧਿਆਪਕ ਕਿਤੇ ਫਸ ਤਾਂ ਜਾਵੇ, ਪੂਰੇ ਪਛਾਣ ਦੀ ਕੋਸ਼ਿਸ਼ ਕਰਦੇ ਆ ਅਧਿਆਪਕ ਨੂੰ। ਉਹ ਕੋਈ ਗੱਲ ਨਹੀਂ, ਅਧਿਆਪਕ ਵੀ ਤਿਆਰ ਹੁੰਦਾ ਵੀ ਮਜ਼ਾ ਆ ਰਿਹਾ ਵੀ ਚੱਲ ਤੂੰ ਲਿਖ ਬੋਲ ਸਹੀ, ਕਿਉਂਕਿ ਉਹਦੇ 'ਚ ਕੌਨਫੀਡੈਂਸ ਲੈਵਲ ਹੈ। ਅਧਿਆਪਕ ਨੂੰ ਪਤਾ ਵੀ ਮੈਂ ਕਰ ਲੈਣਾ, ਠੀਕ ਹੈ। ਤਾਂ ਹੁਣ ਆਹ ਦੇਖੋ, ਇਸ ਨੂੰ ਅਸੀਂ ਕਰਨ ਦੇ ਲਈ ਅਸੀਂ ਕਿਸ ਤਰ੍ਹਾਂ ਦੇ ਨਾਲ ਕਰ ਰਹੇ ਹਾਂ ਤੁਹਾਨੂੰ ਦੱਸੂਗਾ। ਇਹ ਨਹੀਂ ਹੈ ਅਧਿਆਪਕ ਇੱਕ ਇਹੋ ਜਿਹੀ ਮਤਲਬ ਸ਼ਖਸੀਅਤ ਹੈ ਜਿਹੜਾ ਨਾਲ ਨਹੀਂ ਕੁਝ ਲੈ ਕੇ ਜਾਂਦਾ, ਜਾਦੂਗਰ ਨਹੀਂ ਹੈ, ਨਾ ਹੀ ਇਹ ਕੋਈ ਜਾਦੂ ਹੈ। ਉਹ ਦੱਸ ਕੇ ਜਾਂਦਾ ਵੀ ਮੈਂ ਕਿਵੇਂ ਕਿਵੇਂ ਕਰ ਰਿਹਾ, ਠੀਕ ਹੈ ਨਾ। ਤਾਂ ਆਹ ਤੁਸੀਂ ਦੇਖੋ, ਹੁਣ ਆਹ ਜਿਹੜਾ 87 ਹੈ ਨਾ ਜੀ, ਤਾਂ ਹੁਣ ਇਸ ਨੂੰ ਅਸੀਂ ਤੁਹਾਡੇ ਸਾਹਮਣੇ ਅਸੀਂ ਲਿਖਤਾ ਹੋਇਆ, ਪਰ ਤੁਹਾਨੂੰ ਨਹੀਂ ਪਤਾ ਲੱਗਿਆ ਮੈਂ ਕੀ ਕਰਤਾ। ਇਸ ਤੋਂ ਬਾਅਦ ਦੱਸੂਗਾ, ਚਿੰਤਾ ਨਾ ਕਰੋ, ਪਹਿਲਾਂ ਚੈੱਕ ਕਰ ਲਈਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਹਰ ਚੀਜ਼ ਨੂੰ ਚੈੱਕ ਕਰਨਾ ਜ਼ਰੂਰੀ ਹੈ। ਜਦੋਂ ਸਵਾਲ ਕੱਢਣ ਤੋਂ ਬਾਅਦ ਪਿਛਲੇ ਆਨਸਰ ਮਿਲਾਓ, ਖੁਸ਼ੀ ਕਿਹੜੀ ਚੜ੍ਹ ਜਾਂਦੀ ਹੈ ਨਾ। ਹਾਂ 12 ਤੇ 7 19 ਤੇ 1 20, 20 ਤੇ 67, 11 ਤੇ 8 19 ਤੇ 2 21 ਤੇ 66, 69 ਤੇ 72 10, 82 ਤੇ 5। ਲੈ ਮੈਂ ਮੇਰੇ ਖਿਆਲ ਤੇ ਹੁਣ ਪਤਾ ਲੱਗ ਗਿਆ ਹੋਊਗਾ ਵੀ ਮਾਸਟਰ ਜੀ ਠੀਕ ਹੈ ਕਿ ਗਲਤ ਹੈ। ਹੁਣ ਮੇਰੇ ਮਨ 'ਚ ਇਹ ਸਵਾਲ ਆ ਰਿਹਾ, ਦਰਸ਼ਕ ਵੀ ਦੇਖ ਰਹੇ ਹੋਣਗੇ, ਉਹਨਾਂ ਦੇ ਮਨਾਂ 'ਚ ਵੀ ਇਹ ਸਵਾਲ ਆ ਰਿਹਾ ਕਿ ਪੋਸੀਬਲ ਕਿਵੇਂ ਹੋ ਰਿਹਾ, ਇਹ ਕੀ ਲੌਜਿਕ ਹੈ ਇਹਦੇ ਪਿੱਛੇ? ਅਸੀਂ ਸੁਣਿਆ ਕਰਦੇ ਸੀ ਕਿ ਬੌਸ ਇਜ਼ ਆਲਵੇਜ਼ ਰਾਈਟ, ਹੈ ਨਾ। ਮੈਂ ਕਹਿੰਦਾ ਵੀ ਇਹਨੂੰ ਐਂ ਕਿਹਾ ਕਰੋ, ਅਧਿਆਪਕ ਇਜ਼ ਆਲਵੇਜ਼ ਰਾਈਟ। ਬਸ ਉਹਦੀ ਗੱਲਾਂ ਮੰਨੋ, ਤੁਹਾਨੂੰ ਕਿੰਨੇ ਕਿੰਨੇ ਅਹੁਦਿਆਂ ਤੇ ਪਹੁੰਚਾ ਸਕਦਾ ਉਹ। ਤੁਸੀਂ ਸੋਚ ਕੇ ਤਾਂ ਦੇਖੋ ਵੀ ਅਧਿਆਪਕ ਹੀ ਇੱਕ ਐਸਾ ਮਤਲਬ ਹੀ ਸ਼ਖਸੀਅਤ ਹੈ ਜਿਹੜੀ ਤੁਹਾਨੂੰ ਅਰਸ਼ੋਂ ਅਰਸ਼, ਹੈ ਨਾ, ਫਰਸ਼ੋਂ ਅਰਸ਼ ਕਰ ਸਕਦੀ ਹੈ। ਪਰ ਅਰਸ਼ੋਂ ਫਰਸ਼ ਤੁਸੀਂ ਕਹੋ ਜੀ ਇਹ ਤੁਸੀਂ ਕੀ ਬੋਲਤਾ ਵੀ ਅਰਸ਼ੋਂ ਫਰਸ਼? ਅਰਸ਼ੋਂ ਫਰਸ਼ ਤਾਂ ਹੁੰਦਾ ਹੈ ਕਿ ਜੇ ਉਹਦੀ ਗੱਲ ਨਾ ਮੰਨੀ ਤਾਂ ਅਰਸ਼ੋਂ ਫਰਸ਼ ਵੀ ਹੋ ਜਾਏਗਾ।
ਇਹ ਵੀ ਯਾਦ ਰੱਖੀ ਤੂੰ। ਤੋ ਇਸ ਕਰਕੇ ਆ ਤੁਹਾਡੇ ਸਾਹਮਣੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਨੰਬਰ ਬੋਲਦੇ ਹੋ ਨਾ, ਅਸਲ ਦੇ ਵਿੱਚ ਮੈਂ ਕੀ ਕਰਦਾ ਉਸ ਨੰਬਰ ਨੂੰ, ਮੈਂ ਇੱਕ ਮੈਥਡ ਤਿਆਰ ਕੀਤਾ ਹੋਇਆ ਵੀ 5 4 1 8 7 2, ਉਸ ਤੋਂ ਬਾਅਦ 7 ਤੇ 2 9 ਬਣ ਜਾਂਦਾ ਸਾਡੇ ਕੋਲ, ਠੀਕ ਹੈ ਜੀ। 9 ਤੋਂ ਬਾਅਦ 10, 10 ਤੋਂ ਬਾਅਦ 11, 11 ਤੋਂ ਬਾਅਦ 12। ਇਹ ਸਾਡਾ ਪੈਟਰਨ ਇਸ ਤਰ੍ਹਾਂ ਹੀ ਚੱਲੂਗਾ। ਕਿਸੇ ਵੀ ਕੁਐਸਚਨ ਨੂੰ ਕਰਨਾ ਸੋਲਵ, ਇਹ ਪੈਟਰਨ 12 ਤੱਕ ਇਸ ਤਰ੍ਹਾਂ ਹੀ ਰਹਿਣਾ। ਉਸ ਤੋਂ ਬਾਅਦ ਜਿਹੜਾ ਨੰਬਰ ਤੁਸੀਂ ਮੈਨੂੰ ਦੱਸੋਗੇ ਉਹਦੇ ਚੋਂ ਮੈਂ 20 ਘਟਾਉਣਾ, ਹਮੇਸ਼ਾ 20 ਘਟਾਣੇ। ਮੈਥਡ ਹੈ, ਤਰੀਕਾ ਹੈ, ਫਾਰਮੂਲਾ ਹੈ। ਅੱਛਾ ਤਾਂ ਹੀ ਉਹਰੇ ਪਹਿਲਾਂ 67 ਆਇਆ, 87 ਚੋਂ 20 ਘਟਾਏ, 67 ਹੁਣ 67 ਚੋਂ 1 ਘਟਾਣਾ, ਇੱਥੇ ਲਿਖ ਦੇਣਾ। 67 ਚ 1 ਜੋੜਨਾ, ਇੱਥੇ ਲਿਖ ਦੇਣਾ। 68 ਚ 1 ਜੋੜ ਕੇ ਫਿਰ ਇੱਥੇ ਲਿਖ ਦੇਣਾ। ਜਿਹੜੇ ਜਿਹੜੇ ਖਾਨੇ ਖਾਲੀਆਂ ਉਹਨਾਂ ਨੂੰ ਪੂਰਾ ਕਰ ਦੇਣਾ। ਮੇਰੇ ਖਿਆਲ ਤੇ ਤੁਹਾਨੂੰ ਸਮਝ ਆ ਗਿਆ, ਨਹੀਂ ਤਾਂ ਇੱਕ ਹੋਰ ਕਰਕੇ ਦੇਖ ਲੈਂਦੇ ਲੋ। ਇੱਕ ਹੋਰ ਕਰੋ ਭਾਜੀ। ਨਹੀਂ ਇੱਕ ਹੋਰ ਦਰਸ਼ਕੋ ਆਪਾਂ ਇੱਕ ਹੋਰ ਟਰਾਈ ਕਰਾਂਗੇ, ਕਿਉਂਕਿ ਹਾਲੇ ਕੁਝ ਚੀਜ਼ਾਂ ਭਾਜੀ ਦੁਬਾਰਾ ਕਰੋ। ਬਿਲਕੁਲ ਪਤਾ ਕੀ ਹੈ ਕਿ ਜਿੱਥੇ ਕੁਐਸਚਨ ਆ ਜਾਵੇ ਉੱਥੇ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਲੋਕੀ ਕਹਿੰਦੇ ਕਿ ਲੈ ਵੀ ਪਤਾ ਨਹੀਂ ਕੀ ਐਵੇਂ ਬਣਾਈ ਜਾਂਦੇ ਨੇ, ਐਵੇਂ ਬੋਲੀ ਜਾਂਦੇ ਨੇ, ਕੋਈ ਹੋਰ ਸਕੀਮ ਪਾਈ ਹੋਊਗੀ ਪਿੱਛੋਂ। ਆਪਾਂ ਇੱਕ ਹੋਰ ਕਰਕੇ ਦੇਖਦੇ ਹਾਂ ਭਾਈ। ਤੁਸੀਂ ਲਾਓ 78 ਲਾਓ ਭਾਜੀ। 78 ਲਓ ਜੀ। ਹੁਣ ਦੇਖੋ ਤੁਹਾਨੂੰ ਮੈਂ ਦੱਸਿਆ ਵੀ ਇਹ ਸਾਡਾ ਪੈਟਰਨ ਹੈ। ਇੱਥੇ ਅਸੀਂ ਇਹ ਲਿਖਣਾ ਹੈ, ਇੱਥੇ ਅਸੀਂ ਇਹ ਲਿਖਣਾ ਹੈ, ਇੱਥੇ ਅਸੀਂ ਇਹ ਲਿਖਣਾ ਹੈ, ਇੱਥੇ ਅਸੀਂ ਇਹ ਲਿਖਣਾ ਹੈ। ਹੁਣ 7 ਤੇ 2 9 ਹੋ ਗਏ, 9 ਤੋਂ ਬਾਅਦ 10, 10 ਤੋਂ ਬਾਅਦ 11, 11 ਤੋਂ ਬਾਅਦ 12। ਇਹ ਪੈਟਰਨ ਸੇਮ ਰਹੂਗਾ ਸਾਡਾ। ਹੁਣ ਜਿਵੇਂ ਤੁਸੀਂ ਔਰੋਂ ਸ਼ੁਰੂ ਕੀਤਾ, ਔਰੋਂ ਇੱਧਰ ਨੂੰ, ਫਿਰ ਉਰੇ, ਫਿਰ ਜਾਨੀ ਇੱਧਰ ਨੂੰ ਐ ਘੁਮਾਉਂਦੇ ਗਏ। ਬਸ ਗੱਲ ਕੀ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਕਿ ਆਹ ਜਿਹੜੀ ਚੀਜ਼ ਹੈ ਨਾ, ਆਪਾਂ ਬਣਾ ਰਹੇ ਸੀ 5 ਤੇ 4 9 ਇੱਕ ਐਸਾ ਜਾਦੂਈ ਨੰਬਰ ਕਿਹਾ ਜਾਂਦਾ। ਨੰਬਰ ਨੂੰ ਜਾਦੂ ਇਸ ਲਈ ਕਿਹਾ ਜਾਂਦਾ ਵੀ ਇਹ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੰਮ ਕਰਦਾ। ਹੁਣ ਤੁਸੀਂ ਦੇਖੋ 1 ਤੇ 8 3 ਤੇ 6 7 ਤੇ 2, ਉਹੀ ਮੈਂ 9 ਬਣਾਈ ਗਿਆ। 9 ਖੁੰਝੇ ਰੱਖ ਲਿਆ। 9 ਤੋਂ ਬਾਅਦ 10 11 ਤੇ 12। ਬਸ ਹੁਣ ਇਹਦੇ ਚ 78 ਚੋਂ ਅਸੀਂ 20 ਘਟਾਣੇ। 78 ਚੋਂ 20 ਘਟਾਏ, 58 ਆ ਗਿਆ। ਹੁਣ 58 ਤੋਂ 1 ਘੱਟ ਇੱਥੇ ਲਿਖ ਲੈਣਾ, 58 ਤੋਂ 1 ਵੱਧ ਇੱਥੇ ਲਿਖ ਲੈਣਾ, ਇਹ ਤੋਂ 1 ਵੱਧ ਇੱਥੇ ਲਿਖ ਲੈਣਾ। ਬਸ ਆਹ ਕੰਮ ਹੋ ਗਿਆ ਸਾਡਾ ਪੂਰਾ। ਹੁਣ ਦੇਖ ਲਓ 58 ਤੇ 12 70 71 ਤੇ 7 78 59 ਤੇ 4 63 63 ਤੇ 9 72 ਤੇ 6 78। ਜਿਹੜਾ ਨੰਬਰ ਬੋਲੋਗੇ ਬਣੂਗਾ ਉਹੀ, ਚਿੰਤਾ ਨਾ ਕਰੋ। ਜੇ ਮੈਂ ਇਹ ਆਪਣੇ ਕਿਸ ਕੰਮ ਦੇ ਵਾਸਤੇ, ਜਿਵੇਂ ਜਿਹੜੇ ਦਰਸ਼ਕ ਦੇ ਰਹੇ ਕਿਸ ਕੰਮ ਵਾਸਤੇ ਯੂਜ਼ ਕੀਤੀ ਜਾਂਦੀ ਹੈ? ਇਹ ਹੈ ਪ੍ਰੈਕਟਿਸ ਨੂੰ ਵਧਾਉਣ ਦੇ ਲਈ। ਤੁਹਾਨੂੰ ਜਦੋਂ ਇਹ ਚੀਜ਼ਾਂ ਆਉਣ ਲੱਗ ਜਾਣਗੀਆਂ, ਇੱਕ ਤਾਂ ਤੁਹਾਡੀ ਦਿਲਚਸਪੀ ਵਧੀ, ਯਾਰ ਇਹ ਹੋਇਆ ਕਿਵੇਂ। ਤੁਸੀਂ ਮੇਰੇ ਦੇਖਦੇ ਦੇਖਦੇ 2-3 ਵਾਰੀ ਮੈਨੂੰ ਇਹ ਪੁੱਛਿਆ ਵੀ ਕਿਵੇਂ ਹੋਇਆ, ਤਾਂ ਤੁਹਾਡੀ ਕਿਉਰਿਓਸਿਟੀ ਵੱਧ ਗਈ। ਕਿਉਰਿਓਸਿਟੀ ਵਧਣ ਦੇ ਨਾਲ ਤੁਸੀਂ ਆਪ ਕੀਤਾ ਤਾਂ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਚੱਲ ਰਹੀਆਂ ਗੱਲਾਂ ਸੀਗੀਆਂ ਉਹ ਸਾਰੀਆਂ ਰੈਸਟ 'ਚ ਆ ਗਈਆਂ। ਸਿਰਫ ਇਹੀ ਚੀਜ਼ਾਂ ਚੱਲ ਰਹੀਆਂ ਹੁਣ ਵੀ ਇਹ ਕਿਵੇਂ ਹੋਇਆ, ਇਹ ਕਿਵੇਂ ਹੋਇਆ, ਇਹ ਕਿਵੇਂ ਹੋਇਆ। ਤੁਹਾਡਾ ਮਤਲਬ ਇਹਦੇ ਨਾਲ ਅਟੈਚਮੈਂਟ ਹੋ ਗਈ। ਅਟੈਚਮੈਂਟ ਹੋਣ ਤੋਂ ਬਾਅਦ ਤੁਹਾਡੀ ਪ੍ਰੈਕਟਿਸ ਹੋ ਗਈ। ਫਿਰ ਤੁਹਾਨੂੰ ਜੋੜ ਕਰਨ ਲੱਗਿਆ, ਤੁਹਾਡੀ ਹੋਰ ਪ੍ਰੈਕਟਿਸ ਵੱਧ ਗਈ। ਤੁਹਾਡਾ ਵਿਊ ਹੈ ਜਿਹੜਾ ਚੇਂਜ ਹੁੰਦਾ। ਉਹ ਵਿਊ ਚੇਂਜ ਹੋ ਜਾਂਦਾ ਮੈਥ ਨੂੰ ਲੈ ਕੇ। ਹੁਣ ਤੁਸੀਂ ਮੰਨ ਲਓ ਵੀ ਕਿਤੇ ਕੋਈ ਜਗ੍ਹਾ ਦੇਖਣ ਜਾ ਰਹੇ ਹੋ, ਤਾਂ ਉੱਥੇ ਜਾ ਕੇ ਤੁਸੀਂ ਕੀ ਦੇਖਦੇ ਹੋ? ਵਿਊ ਦੇਖਦੇ ਹੋ। ਵਿਊ ਦੇ ਨਾਲ ਤੁਹਾਡਾ ਯਾਰ ਇਹ ਦੁਕਾਨ ਵਧੀਆ, ਇਹ ਬਹੁਤ ਵਧੀਆ ਹੋਊਗੀ, ਭਾਵੇਂ ਨਾ ਹੋਵੇ ਪਰ ਤੁਹਾਡੇ ਮਨ ਦੇ ਵਿੱਚ ਇੱਕ ਪਰਸੈਪਸ਼ਨ ਆ ਜਾਂਦੀ ਹੈ ਵੀ ਇਹ ਵਧੀਆ ਹੀ ਹੋਊਗੀ। ਤਾਂ ਉਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਡਿਵੈਲਪ ਕਰਦਾ ਸਾਡਾ ਮੈਥਮੈਟਿਕਸ ਹੈ ਜਿਹੜਾ। ਠੀਕ ਹੈ, ਜਿਵੇਂ ਕਿ ਦਰਸ਼ਕੋ ਆਪਾਂ ਦੇਖ ਲੈਂਦੇ ਹੁੰਦੇ ਆ ਕਿ ਮੈਥ ਨੂੰ ਜਿਹੜਾ ਇੱਕ ਬਹੁਤ ਵੱਡਾ, ਜਿਵੇਂ ਕਹਿੰਦੇ ਨੇ ਵੱਡਾ ਹਊਆ ਬਣਾ ਲੈਂਦਾ ਬੰਦਾ। ਬਸ ਇੱਕ ਜਿਵੇਂ ਸਰ ਨੇ ਕਿਹਾ ਕਿ ਇੱਕ ਨਜ਼ਰੀਆ, ਵਿਊ, ਜੇ ਨਜ਼ਰੀਆ ਬਦਲ ਜਾਵੇ, ਜਿਵੇਂ ਹੁਣੇ ਮਿੰਟ 'ਚ ਨਜ਼ਰੀਆ ਬਦਲ ਗਿਆ ਸੀ। ਅਸੀਂ ਤਾਂ ਆਪ, ਸਾਡੇ ਕੈਮਰਾਮੈਨ ਵੀ ਸੋਚੀ ਜਾਣਗੇ ਪਤਾ ਨਹੀਂ ਕਿਵੇਂ 22 23 ਆਈ ਜਾਂਦਾ, ਕਦੇ 67 ਆ ਗਿਆ। ਭਾਈ ਹੁਣ ਇੱਕ ਆਖਰ ਦੇ ਵਿੱਚ ਕੋਈ ਹੋਰ ਨੁਕਤਾ ਜ਼ਰੂਰ ਨਾ। ਇਹਦਾ ਨੁਕਤਾ ਮੈਨੂੰ ਇੱਕ ਹੋਰ ਯਾਦ ਆ ਗਿਆ ਵੀ ਕਮਾਲ ਦੀ ਗੱਲ ਹੈ ਕਿ ਬੱਚਿਆਂ ਨੂੰ ਕਹੋ ਵੀ ਇੱਥੇ ਲਿਖ 259, ਇੱਥੇ ਵਿਚਕਾਰ ਜਿੰਨੇ ਸਾਲ ਦਾ ਤੂੰ ਹੈਗਾ ਉਹ ਲਿਖ ਲੈ, ਇਹਨੂੰ 39 ਨਾਲ ਗੁਣਾ ਕਰ ਲੈ। ਲਓ ਜੀ, ਹੁਣ ਮੈਂ ਤੁਹਾਨੂੰ ਹੀ ਪੁੱਛਦਾ ਖੰਨਾ ਸਾਹਿਬ ਵੀ ਤੁਸੀਂ ਆਪਣੀ ਉਮਰ ਇੱਥੇ ਲਿਖਵਾ ਦਿਓ ਮੈਨੂੰ। 27। ਤਾਂ ਲਓ ਜੀ ਤੁਹਾਡਾ ਜਵਾਬ ਆ ਗਿਆ। ਤੁਸੀਂ ਇਹਨੂੰ ਗੁਣਾ ਕਰ ਲਓ ਕੈਲਕੂਲੇਟਰ ਤੇ, ਤੁਹਾਡਾ ਜਵਾਬ ਦਿਖਾਉਂਦੇ ਹੁਣ। ਆਹ ਦੇਖੋ, ਸਮਝਾਓ ਥੋੜਾ ਜਿਹਾ, ਮੈਂ ਦਿਖਾਉਂਦਾ ਤੁਹਾਨੂੰ ਹੁਣ। ਇਹ 259 ਗੁਣਾ ਅਸੀਂ ਕੀਤਾ 27, ਗੁਣਾ ਅਸੀਂ ਕੀਤਾ 39। ਲਓ ਜੀ ਦੇਖੋ ਜਵਾਬ 27। ਇਹ ਹੈ ਕਾਰਨਾਮੇ ਮੈਥਮੈਟਿਕਸ ਦੇ, ਹੈ ਨਾ ਆਨੰਦ ਆ ਰਿਹਾ ਨਾ। ਹੁਣ
ਜੇ ਤੁਸੀਂ ਇੱਥੇ 40 ਲਿਖੋਗੇ 40 40 40 ਆਊਗਾ, ਜੇ 50 ਲਿਖੋਗੇ 50 50 50 ਆਊਗਾ। ਤੁਸੀਂ ਕਹੋ ਜੀ ਐਡੀ ਵੱਡੀ ਗੁਣਾ ਮੈਂ ਤਾਂ ਸਕਿੰਟਾਂ 'ਚ ਕਰ ਲੈਣਾ, ਬੱਚਾ ਕਹੂਗਾ ਯਾਰ ਕਮਾਲ ਹੈ ਕਿਵੇਂ ਕਰ ਲੈ। ਪਰ ਫਿਰ ਉਹੀ ਗੱਲ, ਅਧਿਆਪਕ ਹੈ ਤੁਹਾਨੂੰ ਜਿਹੜਾ ਇਹ ਦੱਸੂਗਾ ਵੀ ਇਹ ਕਿਸ ਤਰ੍ਹਾਂ ਹੁੰਦਾ। ਦੇਖੋ ਹਾਂ ਇਹ ਪੋਸੀਬਲ ਕਿਵੇਂ ਹੋਇਆ। ਬੜਾ ਆਸਾਨ ਹੈ, ਬੜਾ ਆਸਾਨ ਹੈ, ਬੜਾ ਆਸਾਨ ਹੈ। ਪਰ ਕਦੋਂ ਆਸਾਨ ਹੈ? ਜਦ ਇੱਕ ਅਧਿਆਪਕ ਮਿਲ ਗਿਆ ਜਿਹੜਾ ਕਿ ਸਾਰਾ ਕੁਝ ਐਕਸਪਲੇਨ ਕਰ ਰਿਹਾ, ਤਾਂ ਆਸਾਨ ਹੈ। ਕਿਤਾਬ ਵੀ ਇੱਕ ਅਧਿਆਪਕ ਹੈ। ਤਾਂ ਆਹ ਦੇਖੋ ਵੀ ਇੱਕ ਜਿਹੜਾ ਅਧਿਆਪਕ ਹੈ ਨਾ, ਜਦੋਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਦੱਸ ਦੂਗਾ ਵੀ ਆਹ ਤੇ ਆਹ ਗੁਣਾ ਕਰ ਕਰਕੇ ਪਹਿਲਾਂ, ਉਹ ਕਹਿੰਦਾ ਜੀ ਆਹ ਆ ਗਿਆ ਜੀ 10,101, ਤਾਂ ਹੁਣ 27 ਨਾਲ ਕਰ ਲਓ ਗੁਣਾ ਇਹਨੂੰ, ਤਾਂ 27 ਏਕਮ, ਫਿਰ 27 ਏਕਮ, ਫਿਰ 27 ਏਕਮ, ਲੈ ਜਵਾਬ ਆ ਗਿਆ। ਮਤਲਬ ਦੇਖਣ ਨੂੰ ਅਸੀਂ ਬੜੀ ਕੰਪਲਿਕੇਟਡ ਜਿਹਾ ਲੱਗਦਾ ਵੀ 259 ਨੂੰ 39 ਨਾਲ ਗੁਣਾ ਕਰਨਾ, ਫਿਰ 27 ਨਾਲ ਕਰਨਾ, ਜਾਂ ਮਤਲਬ ਉੱਥੇ ਤਾਂ ਜੇ ਤੁਸੀਂ ਇੱਥੇ ਮਤਲਬ ਵੀ 72 ਲਿਖਤਾ, 72 ਸਾਲ ਕਿਸੇ ਦੀ ਉਮਰ ਹੈ, ਤਾਂ ਇੱਥੇ 72 72 72 ਆ ਜਾਊਗਾ। ਜੇ ਆਪਾਂ 3 ਅੰਕਾਂ ਦੀ ਲਿਖ ਲੈਂਦੇ ਆ ਭਾਜੀ, ਆ 3 ਅੰਕਾਂ ਦੀ ਉਮਰ ਲਿਖੀ ਜਾ ਸਕਦੀ ਹੈ। 3 ਅੰਕਾਂ ਦੀ ਅਗਰ ਲਿਖੋਗੇ 3 ਵਾਰੀ ਆ ਜਾਊਗਾ। ਉਹਨੂੰ ਜਿਹੜਾ ਗੁਣਾ ਕਰਨਾ ਹੈ ਉਸ ਹਿਸਾਬ ਨਾਲ ਕਰਨਾ ਪਊਗਾ ਫਿਰ ਸਾਨੂੰ ਗੁਣਾ। ਓਕੇ ਠੀਕ ਹੈ ਨਾ। ਤਾਂ ਇਹ ਜਿਹੜਾ ਪੈਟਰਨ ਹੈ, ਸਾਨੂੰ ਪੈਟਰਨ ਦੇਖਣ ਦੀ ਲੋੜ ਹੈ ਵੀ ਪੈਟਰਨ ਕਿਵੇਂ ਬਣਦਾ। 1 ਤੋਂ ਬਾਅਦ 0, ਫਿਰ 1, ਫਿਰ 0 1। ਤਾਂ ਹੁਣ ਜਿਹੜਾ ਸਾਡਾ ਕੰਪਿਊਟਰ ਹੈ ਉਹ ਇਹਦੇ ਤੇ ਕੰਮ ਕਰਦਾ ਹੈ, 1 ਤੇ 0 ਤੇ। 0 ਤੋਂ 1 ਦੇ, ਹਾਂ ਬਾਈਨਰੀ। ਤੇ ਆਹ ਚੀਜ਼ਾਂ ਜਿਹੜੀਆਂ ਹੈ ਸਾਡੇ ਪੁਰਾਣੇ ਜਿਹੜੇ ਵਿਗਿਆਨੀ ਸੀਗੇ, ਗਣਿਤ ਸ਼ਾਸਤਰੀ ਸੀ, ਉਹ ਸਾਰਾ ਕੁਝ ਇਸ ਤਰੀਕਿਆਂ ਦੇ ਨਾਲ ਬਣਾ ਕੇ ਗਏ ਹੈ। ਸਾਨੂੰ ਪੜ੍ਹਨ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ। ਹੁਣ ਸੌਖਾ, ਹਾਂ ਬਿਲਕੁਲ ਆਸਾਨ ਹੈ, ਤੁਹਾਡੇ ਸਾਹਮਣੇ ਆ। ਜਿੰਨੀਆਂ ਕੁ ਗੱਲਾਂ ਕੀਤੀਆਂ ਮੇਰੇ ਖਿਆਲ ਤੇ ਕੋਈ ਐਸੀ ਮੁਸ਼ਕਲ ਵਾਲੀ ਗੱਲ ਨਹੀਂ, ਆਰਾਮ ਨਾਲ ਤੁਹਾਨੂੰ ਸਮਝ ਆਈਆਂ ਹੋਣਗੀਆਂ। ਨਾ ਆਈਆਂ ਹੁਣ ਫਿਰ ਵੀ ਤੁਸੀਂ ਮੈਨੂੰ ਜਦ ਮਰਜ਼ੀ ਪੁੱਛ ਸਕਦੇ ਹੋ ਕਾਲ ਕਰਕੇ। ਬਿਲਕੁਲ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਜਿਵੇਂ ਕਿ ਅਸੀਂ ਬਹੁਤ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਕਿਤੇ ਤੁਹਾਨੂੰ ਜਿਹੜਾ ਮੈਥ ਇੱਕ ਬਹੁਤ ਵੱਡਾ ਹੂਆ ਬਣਿਆ ਹੋਇਆ, ਇੱਕ ਬਹੁਤ ਵੱਡਾ, ਜਿਵੇਂ ਕਹਿੰਦੇ ਨੇ ਕਿ ਸਭ ਤੋਂ ਔਖਾ ਸਬਜੈਕਟ ਕਿਹੜਾ ਜੀ, ਮੈਥ ਹੈ। ਮੈਥ ਨੂੰ ਅਸੀਂ ਕਿਤੇ ਨਾ ਕਿਤੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਜ਼ਿਆਦਾ ਸਵਾਲ ਹੋਣਗੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਵੀ ਆਉਣਗੇ, ਤੇ ਬਾਈ ਜੀ ਦਾ ਨੰਬਰ ਮੈਂ ਦੇ ਦਿੰਦਾ। ਬਾਈ ਨੰਬਰ ਜ਼ਰੂਰ ਦੱਸ ਦਿਓ। ਹਾਂ ਬਿਲਕੁਲ, ਮੇਰਾ ਨੰਬਰ ਹੈ 98150 60464, 98150 60464। ਬਹੁਤ ਬਹੁਤ ਧੰਨਵਾਦ। ਮੈਂ ਕਹਿੰਦਾ ਕਈ ਵਾਰ ਨਾ ਜਦੋਂ ਭਾਈ ਜਿੰਨੀ ਵਾਰ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ, ਉਨੀ ਵਾਰ ਮੈਂ ਇਹ ਜ਼ਰੂਰ ਸੋਚਦਾ ਹੁੰਨਾ ਕਿ ਸ਼ਾਇਦ ਮੈਂ ਜਲਦੀ ਜੰਮ ਪਿਆ। ਨਹੀਂ ਨਹੀਂ ਮੈਂ ਸੋਚਦਾ ਹੁੰਦਾ ਕਿ ਯਾਰ ਜੇ ਮੈਂ ਹੁਣ ਸਕੂਲ 'ਚ ਹੁੰਦਾ ਕਿੰਨਾ ਵਧੀਆ ਮਾਹੌਲ ਹੋਣਾ ਸੀ। ਨਹੀਂ ਅੱਜ ਤਾਂ ਪਹਿਲਾਂ ਜਿਵੇਂ ਤੁਸੀਂ ਕਿਹਾ ਨਾ ਕਿ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਤੁਸੀਂ ਦੱਸ ਰਹੇ ਸੀਗੇ ਕਿ ਭਾਈ ਉਹ ਇੱਕ ਦੂਣੀ ਅਸੀਂ ਬੜੀਆਂ ਚੀਕਾਂ ਮਾਰੀਆਂ ਨੇ, ਲੱਗੇ ਰਹਿਣਾ ਉੱਤੇ ਦੇ ਤਰੀ ਦੀ ਲੈ ਤਰੀ ਦੀ ਜ਼ੋਰ ਪਾ ਕੇ। ਪਰ ਬਹੁਤ ਵਧੀਆ ਤਰੀਕਾ ਹੈ। ਥੈਂਕ ਯੂ। ਮਤਲਬ ਭਾਜੀ ਪਤਾ ਬਹੁਤ ਘੱਟ ਟੀਚਰ ਹੁੰਦੇ ਨੇ ਜੋ ਇਦਾਂ ਐਕਸਪਲੇਨ ਕਰਦੇ ਨੇ। ਮੈਂ ਕਹਿੰਦਾ ਤੁਹਾਡੇ ਸਟੂਡੈਂਟ ਜਾਣ ਤਾਂ ਨਹੀਂ ਦਿੰਦੇ ਹੋਣਗੇ ਕਲਾਸ 'ਚ ਕਿ ਨਹੀਂ ਸਰ ਬੈਠੋ। ਹਮੇਸ਼ਾ ਇਹੀ ਗੱਲ ਕਹਿਣਾ ਖੰਨਾ ਜੀ ਵੀ ਜਿਹੜਾ ਨਾ ਦੁਕਾਨਦਾਰ ਨੂੰ ਦੁਕਾਨਦਾਰੀ ਗ੍ਰਾਹਕ ਸਿਖਾਉਂਦੇ ਆ, ਗਾਹਕ ਸਿਖਾਉਂਦਾ, ਤੇ ਅਧਿਆਪਕ ਨੂੰ ਪੜ੍ਹਾਉਣ ਦੇ ਲਈ ਤਿਆਰ ਕਰਦਾ ਹੈ ਤਾਂ ਉਹਦਾ ਵਿਦਿਆਰਥੀ ਤਿਆਰ ਕਰਦਾ ਹੈ। ਔਰ ਜਦ ਤੱਕ ਅਧਿਆਪਕ ਹੈ ਜਿਹੜਾ ਵਿਦਿਆਰਥੀ ਦੇ ਨਾਲ ਦਿਲੋਂ ਨਹੀਂ ਨਾ ਜੁੜੂਗਾ, ਉਹ ਅਧਿਆਪਕ ਨਹੀਂ ਬਣ ਸਕਦਾ। ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਗੱਲ ਕਹਿ ਗਏ ਤੁਸੀਂ। ਜਿਵੇਂ ਕਿ ਦਰਸ਼ਕੋ ਗੱਲ ਇਹੀ ਆ ਜਾਂਦੀ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਟੀਚਰ ਨੂੰ ਸਵਾਲ ਨਹੀਂ ਪੁੱਛੋਗੇ, ਜੇ ਉਹਨੇ ਕਿਹਾ ਤੁਹਾਨੂੰ ਕਿ ਹਾਂ ਵੀ ਸਮਝ ਆ ਗਿਆ ਤੇ ਉਧਰੋਂ ਕੋਈ ਰਿਸਪੌਂਸ ਨਹੀਂ ਆਇਆ, ਫਿਰ ਉਹਨੇ ਕਹਿਣਾ ਹਾਂ ਸਮਝ ਆ ਹੀ ਗਿਆ। ਫਿਰ ਜਿਵੇਂ ਉਹ ਕਹਿ ਨਹੀਂ ਦਿੰਦੇ ਕਿ ਭਾਜੀ ਕਲੀਅਰ ਹੈ, ਇੱਕ ਹੁੰਦਾ ਕਿ ਕਲੀਅਰ ਹੈ, ਇੱਕ ਤਾਂ ਹੁੰਦਾ ਕਿ ਸਾਫ਼ ਹੈ ਕਲੀਅਰ ਹੈ ਕਿ ਗੱਲਾਂ ਉੱਪਰੋਂ ਹੀ ਲੰਘ ਗਈਆਂ। ਸਵਾਲ ਪੁੱਛਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਵਾਲ ਚਾਹੇ ਉਹ ਰਾਜਨੀਤੀ 'ਚ ਹੋਵੇ, ਚਾਹੇ ਸਵਾਲ ਹੋਵੇ ਕਲਾਸ ਦੇ ਵਿੱਚ, ਸਵਾਲ ਪੁੱਛੋ, ਚੀਜ਼ ਨੂੰ ਸਮਝੋ। ਬਿਨਾਂ ਅੱਖਾਂ ਬੰਦ ਕਰੇ ਕਿਸੇ ਵੀ ਚੀਜ਼ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਯਕੀਨ ਕਰਨਾ, ਆਪਾਂ ਬਹੁਤ ਮਾਡਰਨ ਸਮੇਂ ਦੇ ਵਿੱਚ ਰਹਿ ਰਹੇ ਹਾਂ। ਹਰ ਇੱਕ ਚੀਜ਼ ਦੇ ਪਿੱਛੇ ਆਪਾਂ, ਅੱਜ ਦੀ ਜਨਰੇਸ਼ਨ ਹਰ ਇੱਕ ਚੀਜ਼ ਪਿੱਛੇ ਇੱਕ ਤੱਥ ਲੱਭਦੀ ਹੈ, ਪਰ ਤੱਥ ਜ਼ਰੂਰੀ ਹੈ। ਤੁਹਾਨੂੰ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿੱਦਾਂ ਪੋਸੀਬਲ ਹੈ। ਜੇ ਤੁਸੀਂ ਸਵਾਲ ਨਹੀਂ ਪੁੱਛੋਗੇ ਤਾਂ ਤੁਸੀਂ ਅਧੂਰੀ ਜਾਣਕਾਰੀ ਨਾਲ ਨਹੀਂ ਅੱਗੇ ਵੱਧ ਸਕਦੇ। ਟੀਚਰ ਨਾਲ ਗੱਲਬਾਤ ਕਰੋ। ਬਹੁਤ ਜ਼ਿਆਦਾ ਕਮੈਂਟ ਆਉਣਗੇ ਨੀਚੇ ਕਿ ਅੱਗੇ ਹੋਰ ਵੀਡੀਓ ਬਣਾਓ, ਹੋਰ ਸਵਾਲ, ਆਹ ਸਵਾਲ ਰਹਿ ਗਿਆ ਜੀ, ਆਹ ਰਹਿ ਗਿਆ, ਫਲਾਣਾ ਰਹਿ ਗਿਆ। ਮੋਬਾਈਲ ਨੰਬਰ ਦੱਸ ਦਿੱਤਾ ਆ, ਤੁਸੀਂ ਕਾਲ ਕਰਕੇ ਆਪਣੇ ਕੋਈ ਵੀ ਡਾਊਟ ਨੇ ਪੁੱਛ ਸਕਦੇ ਹੋ, ਬੇਝਿਜਕ ਪੁੱਛ ਸਕਦੇ ਹੋ। ਮੋਬਾਈਲ ਨੰਬਰ ਅਸੀਂ ਇਸ ਕਰਕੇ ਹੀ ਦਿੱਤਾ ਹੈ ਕਿ ਬਹੁਤ ਜ਼ਿਆਦਾ ਸਵਾਲ ਆਉਣਗੇ ਤਾਂ ਤੁਸੀਂ ਸਰ ਨੂੰ ਆ ਜਿਹੜਾ ਫੋਨ ਕਰਕੇ ਆਪਣੀ ਗੱਲਬਾਤ ਪੁੱਛ ਸਕਦੇ ਹੋ, ਜਾਂ ਹੋਰ ਕੋਈ ਡਾਊਟ ਹੈ, ਜੇ ਕੋਈ ਹੋਰ ਵਿਸ਼ੇ ਤੇ ਜਿਹੜੀ ਵੀਡੀਓ ਬਣਾਉਣੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਉਮੀਦ ਇਹ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਵੱਧ ਤੋਂ ਵੱਧ ਦੇਖੋਗੇ ਵੀ। ਦੇਖੋਗੇ ਇਸੇ ਕਰਕੇ ਕਿਉਂਕਿ ਅੱਜ ਕੱਲ੍ਹ ਜਿਹੜਾ ਰੁਝਾਨ ਆ ਪੜ੍ਹਾਈ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਘਟ ਗਿਆ ਆ, ਕਿਉਂਕਿ ਔਨਲਾਈਨ ਕਲਾਸਾਂ ਹੋ ਗਈਆਂ ਤਾਂ ਅਗਲਾ ਕਹਿੰਦਾ ਕਿ ਚੱਲ ਬੈਠੇ ਆ, ਕੈਮਰਾ ਬੰਦ ਕਰਕੇ ਬੈਠੇ ਰਹੋ। ਪਰ ਜ਼ਰੂਰੀ ਹੈ, ਪੜ੍ਹਾਈ ਬਹੁਤ ਜ਼ਰੂਰੀ ਆ। ਬਿਨਾਂ ਪੜ੍ਹਾਈ ਤੋਂ ਅੱਜ ਦਾ ਫਿਊਚਰ ਬੜਾ ਘੱਟ ਆ।
ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਮਿੰਦਰ ਖੰਨੇ ਨੂੰ ਦਿਓ ਇਜਾਜ਼ਤ। ਦੇ ਰਹੋ ਰਹਿਮਤ ਟੀਵੀ। ਇੱਕ ਹੋਰ ਵੀਡੀਓ ਲੈ ਕੇ ਆਵਾਂਗੇ, ਅਗਲੀ ਵਾਰ ਤੁਸੀਂ ਕਮੈਂਟ ਜ਼ਰੂਰ ਦੱਸਣਾ।